ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਸਾ ਦੀ ਵਾਰ ਜਿਹੜੀ ਹੈਗੀ ਆ ਉਹਦੀ ਜਿਹੜੀ 7ਵੀਂ ਪੌੜੀ ਕੀਤੀ ਸੀ, 8ਵੀਂ ਪੌੜੀ ਲੈਣੀ ਆ ਆਪਾਂ ਨੇ, ਜਿਹੜੀ ਕਿ ਵਾਰ ਜਿਹੜੀ ਹੈਗੀ ਜਿਨ੍ਹਾਂ ਦੀ ਪਹਿਲੀ ਪਾਤਸ਼ਾਹੀ ਦੀ ਵਾਰ ਆ, ਮਹੱਲੇ ਪਹਿਲੇ ਦੀ। ਸਾਰੀਆਂ ਪੌੜੀਆਂ ਜਿਹੜੀਆਂ ਜਦ ਤੱਕ ਜਿਹੜਾ ਹੈਗਾ ਉੱਪਰ ਹੈਡਿੰਗ ਦੇ ਵਿੱਚ ਜਿਹੜਾ ਹੈਗਾ ਲਿਖਿਆ ਨਾ ਜਾਏ ਵੀ ਇਹ ਪੌੜੀ ਜਿਹੜੀ ਹੈਗੀ ਉਹ ਹੋਰ ਕਿਸੇ ਮਹੱਲੇ ਦੀ ਹੈ, ਤਦ ਤੱਕ ਜਿਹੜੀਆਂ ਹੈਗੀਆਂ ਇਹ ਜਿਹੜੇ ਮਹੱਲੇ ਦੀ ਵਾਰ ਹੁੰਦੀ ਆ ਉਹਨਾਂ ਦੀਆਂ ਪੌੜੀਆਂ ਤਾਂ ਲਾਜ਼ਮੀ ਹੁੰਦੀਆਂ। ਔਰ ਸ਼ਲੋਕ ਜਿਹੜੇ ਹੈਗੇ ਉਹ ਮਹਾਰਾਜ ਜਿਹੜੇ ਹੈਗੇ ਪੌੜੀ ਦੇ ਭਾਵ ਦੇ ਨਾਲ ਜਿਹੜੇ ਹੈਗੇ ਰਲਦੇ ਮਿਲਦੇ, ਜਿਹੜਾ ਕਿ ਪੌੜੀ ਦਾ ਭਾਵ ਜਿਹੜਾ ਉਜਾਗਰ ਕਰ ਸਕਣ, ਜਿਹੜਾ ਹੈਗਾ ਜੋ ਮੈਸੇਜ ਜਿਹੜਾ ਹੈਗਾ ਸਾਧ ਸੰਗਤ ਤੱਕ ਜਿਹੜਾ ਹੈਗਾ ਜਾਣਾ ਆ, ਉਹ ਮੈਸੇਜ ਜਿਹੜਾ ਹੈਗਾ ਪ੍ਰੋਪਰ ਜਿਹੜਾ ਹੈਗਾ ਖੁੱਲ੍ਹ ਕੇ ਜਿਹੜਾ ਹੈਗਾ ਸੰਗਤ ਤੱਕ ਪਹੁੰਚ ਜਾਏ। ਇਹਦੇ ਨਾਲ ਮਹਾਰਾਜ ਨੇ ਜਿਹੜੇ ਹੈ ਐਡੀਟਰ ਜਿਹੜੇ ਪੰਜਵੀਂ ਪਾਤਸ਼ਾਹੀ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਜਿਹੜੇ ਹੈਗੇ ਉਹਨਾਂ ਨੇ ਇਹਨਾਂ ਦੀ ਜਿਹੜੀ ਹੈ ਐਡੀਟਿੰਗ ਕੀਤੀ ਹੋਈ ਹੈ। 8ਵੀਂ ਪੌੜੀ ਲੈ ਰਹੇ ਹਾਂ ਆਪਾਂ, ਉਹਦੀਆਂ ਜਿਹੜੇ ਹੈਗੇ ਸ਼ਲੋਕ ਲੈ ਰਹੇ ਪਹਿਲਾਂ। ਪਹਿਲੀ ਪਾਤਸ਼ਾਹੀ ਦਾ ਸ਼ਲੋਕ ਹੈਗਾ ਅਤੇ 7ਵੀਂ ਪੌੜੀ ਜਿਹੜੀ ਹੈ ਇਹਨੂੰ ਕੰਟੀਨਿਊ ਕਰਨ ਵਾਸਤੇ 7ਵੀਂ ਪੌੜੀ ਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਉਸ ਤੋਂ ਪਹਿਲਾਂ ਜਿਹੜੇ ਹੈਗੇ ਸਾਰਾ 7 ਪੌੜੀਆਂ ਦੇ ਵਿੱਚ ਕਿ ਕਿਸ ਤਰ੍ਹਾਂ ਪਰਮਾਤਮਾ ਨੇ ਜਿਹੜਾ ਹੈਗਾ ਇਹ ਸ੍ਰਿਸ਼ਟੀ ਜਿਹੜੀ ਬਣਾਈ ਆ ਔਰ ਇਹਦੇ ਵਿੱਚ ਜੀਅ ਭੇਜੇ ਆ, ਫਿਰ ਧਰਮਰਾਜ ਬਿਠਾਇਆ ਆ ਔਰ ਫਿਰ ਜਿਹੜਾ ਹੈਗਾ ਪੂਰੀ ਸਹੂਲੀਅਤ ਦਿੱਤੀ ਆ, ਇਹ ਗੇਮ ਪਾਈ ਹੋਈ ਆ। ਇਹ ਵਾਪਸ ਆਉਣ ਵਾਸਤੇ ਜਿਹੜਾ ਹੈਗਾ ਆਪਣੇ ਤੋਂ ਜਿਹੜੇ ਹੈਗੇ ਇਹ ਜੀਓ ਜਿਹੜੇ ਹੈਗੇ ਵੱਖ ਕੀਤੇ ਆ ਔਰ ਇਹਨਾਂ ਨੂੰ ਮਨੁੱਖੀ ਜੀਵਨ ਦੇ ਵਿੱਚ ਜਿਹੜਾ ਹੈਗਾ ਗੁਰੂ ਨੂੰ ਮਿਲਾ ਕੇ ਬ੍ਰਹਮ ਗਿਆਨ ਮਿਲਾ ਕੇ ਜਿਹੜਾ ਹੈਗਾ ਇਹ ਮਾਇਆ ਜੋ ਇਹ ਜਿਹੜਾ ਆਕਾਰ ਜੋ ਇਹ ਸਵਾਦ ਪਾਏ ਹੋਏ ਆ, ਇਹਨਾਂ ਤੋਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਯੂਜ਼ ਕਰਦੇ ਹੋਏ ਜਿਹੜਾ ਹੈਗਾ ਕਿਸ ਤਰ੍ਹਾਂ ਇਸ ਤੋਂ ਅਟੰਕ ਰਹਿਣਾ ਆ ਔਰ ਕਿਸ ਤਰ੍ਹਾਂ ਇਹਦੇ ਜਾਲ 'ਚੋਂ ਜਿਹੜਾ ਹੈਗਾ ਇਹ ਪਦਾਰਥਾਂ ਦੇ ਜਾਲ 'ਚੋਂ ਨਿਕਲਣਾ ਹੈਗਾ। ਇਹਦੇ ਬਾਰੇ ਮਹਾਰਾਜ ਦੱਸਦੇ ਆ ਵੀ ਇਹਦੇ ਬਾਰੇ ਸਤਿਗੁਰੂ ਤੋਂ ਗਿਆਨ ਲੈਣਾ ਪਊਗਾ, ਨਹੀਂ ਤਾਂ ਤੇਰੇ ਮਨੁੱਖੀ ਜੂਨ ਜਿਹੜੀ ਹੈਗੀ ਮਨੁੱਖੀ ਜੂਨ ਦਾ ਇਹ ਚਾਂਸ ਜਿਹੜਾ ਹੈਗਾ ਉਹ ਵੇਸਟ ਹੋ ਜਾਏਗਾ। ਔਰ ਫਿਰ ਜਿਹੜਾ ਹੈਗਾ ਸੰਤੋਖ ਦੇ ਨਾਲ ਜਿਹੜਾ ਹੈਗਾ ਇਹ ਯਾਤਰਾ ਕਰਨੀ ਆ। 7ਵੀਂ ਪੌੜੀ 'ਚ ਦੱਸਿਆ ਆ ਕਿ ਜਿਹੜੇ ਧਿਆਨ ਸਿਮਰਨ ਕਰਦੇ ਆ ਉਹਨਾਂ ਦੇ ਮਨ ਜਿਹੜਾ ਹੈਗਾ ਉਹ ਤਾਕਤਵਰ ਹੋ ਜਾਂਦਾ ਹੈ। ਮਨ ਹੀ ਜਿਹੜਾ ਹੈਗਾ ਮਨ ਨੂੰ ਕੰਟਰੋਲ ਕਰ ਲੈਂਦਾ ਹੈ, ਉਹ ਫਿਰ ਮਾੜੇ ਪਾਸੇ ਨਹੀਂ ਜਾਂਦੇ ਪਾਏ। ਔਰ ਧਰਮ ਜਿਹੜਾ ਹੈ ਜੋ ਧਰਮ ਕੀ ਹੈਗਾ, ਧਰਮ ਹੈਗਾ ਵੀ ਜਿਸ ਤਰ੍ਹਾਂ ਮਾਲਕ ਨੇ ਜਿਹੜਾ ਹੈਗਾ ਇਹ ਸਰੀਰ ਦੇ ਵਿੱਚ ਆਪਣੇ ਇੱਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਰ ਪਦਾਰਥਾਂ ਦੀ ਖਿੱਚਾਂ ਪਾਈਆਂ ਆ, ਇਹਨਾਂ ਨੂੰ ਜਿਹੜਾ ਹੈਗਾ ਆਪਾਂ ਨੇ ਖਿੱਚਾਂ ਨੂੰ ਕਿਸ ਤਰੀਕੇ ਦੇ ਨਾਲ ਤੋੜਨਾ ਹੈਗਾ, ਉਹਦੀ ਕਮਾਈ ਕਰਨੀ, ਆਪਣੇ ਆਪ ਨੂੰ ਜਿਹੜਾ ਹੈਗਾ ਸ਼ੁੱਧ ਕਰੀ ਜਾਣਾ, ਇਹ ਸਰੀਰ ਨੂੰ ਜਿਹੜੇ ਅਵਗੁਣ ਹੈਗੇ ਇਹਨਾਂ ਨੂੰ ਕੱਢੀ ਜਾਣਾ, ਇਹੀ ਧਰਮ ਹੈਗਾ। ਫਿਰ ਉਹ ਜਿਹੜੇ ਹੈਗੇ ਦੁਨੀਆ ਦੇ ਵਿੱਚ ਜਿਹੜੇ ਮਾਲਕ ਨੇ ਜਿਹੜੇ ਦੁਨੀਆ ਤੋੜੇ ਬੰਧਨ, ਅੰਨ ਪਾਣੀ ਥੋੜ੍ਹਾ ਖਾਇਆ ਔਰ ਇਹ ਦੁਨੀਆ ਦੇ ਬੰਧਨ ਜਿਹੜੇ ਹੈਗੇ ਆ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ, ਕਿਉਂਕਿ ਅੰਨ ਪਾਣੀ ਜਿਹੜਾ ਖੁਰਾਕ ਜਿਹੜੀ ਹੈਗੀ ਖੁਰਾਕ ਦੇ ਉੱਤੇ ਜਿਹੜਾ ਹੈਗਾ ਮੈਕਸੀਮਮ ਜਿਹੜਾ ਹੈਗਾ, ਕਿਉਂਕਿ ਇਸ ਤੋਂ ਪ੍ਰਾਣ ਸ਼ਕਤੀ ਬਣਦੀ ਆ ਔਰ ਇਹ ਖੁਰਾਕ ਜਿਹੜੀ ਹੈਗੀ ਆ ਇਹ ਮੈਕਸੀਮਮ ਖਾਵਾਂਗੇ ਅਤੇ ਉਹ ਪ੍ਰਾਣ ਸ਼ਕਤੀ ਜਿਹੜੀ ਆਪਾਂ ਕੰਟਰੋਲ ਨਹੀਂ ਕਰ ਪਾਵਾਂਗੇ ਔਰ ਉਹ ਮੰਦੇ ਪਾਸੇ ਜਿਹੜੀ ਹੈਗੀ ਆ ਉਹ 9 ਦਰਵਾਜ਼ਿਆਂ ਤੋਂ ਜਿਹੜੀ ਹੈਗੀ ਉਹ ਪ੍ਰਾਣ ਸ਼ਕਤੀ ਜਾਇਆ ਹੋਣੀ ਸ਼ੁਰੂ ਹੋ ਜਾਂਦੀ। ਅਤੇ ਜਿਹੜੇ ਧਿਆਨ ਸਿਮਰਨ ਕਰਦੇ ਆ ਅੰਨ ਪਾਣੀ ਥੋੜ੍ਹਾ ਖਾਂਦੇ ਆ, ਜਿੰਨਾ ਕੁ ਜਿਹੜਾ ਹੈਗਾ ਭੁੱਖ ਹੈਗੀ ਆ, ਜਿੰਨੀ ਕੁ ਜਿਹੜੀ ਹੈਗੀ ਹੈ ਸਰੀਰ ਨੂੰ ਡਿਮਾਂਡ ਹੈਗੀ ਹੈ, ਜਿੰਨੀ ਆਪਣੀ ਜ਼ਰੂਰਤ ਦੇ ਮੁਤਾਬਿਕ ਨੀਡ ਦੇ ਮੁਤਾਬਿਕ, ਔਰ ਇਸ ਨੂੰ ਜਿਹੜਾ ਹੈਗਾ ਆਪਣੇ ਜੀਵਨ ਦਾ ਪ੍ਰਯੋਜਨ ਨਹੀਂ ਬਣਾਉਂਦੇ ਪਾਏ, ਉਹ ਫਿਰ ਜਿਹੜੇ ਇਹ ਗੇਮ ਨੂੰ ਜਿੱਤ ਜਾਂਦੇ ਆ। ਉਹਨਾਂ ਦੀ ਦਿਨ ਪ੍ਰਤੀ ਦਿਨ ਨਿੱਤ ਤੂੰ ਬਖਸ਼ੀਸ਼ੀ ਅਗਲਾ ਨਿੱਤ ਦੇਵੇਂ ਚੜ੍ਹੇ ਸਵਾਇਆ ਵਡਿਆਈ ਵੱਡਾ ਪਾਇਆ। ਉਹਨਾਂ ਨੂੰ ਨਿੱਤ ਜਿਹੜੀ ਹੈਗੀ ਉਹਨਾਂ ਦੀ ਚੜ੍ਹਾਈ ਹੁੰਦੀ ਆ, ਉਹਨਾਂ ਦਾ ਮਨ ਨਿੱਤ ਪ੍ਰਤੀ ਸਟਰੋਂਗ ਹੋਈ ਜਾਂਦਾ ਹੈ ਔਰ ਉਹ ਗੇਮ ਨੂੰ ਜਿੱਤੀ ਜਾਂਦੇ ਆ। ਇਸ ਤਰੀਕੇ ਦੇ ਨਾਲ ਅਲਟੀਮੇਟਲੀ ਜਿਹੜੇ ਹੈਗੇ ਇਹ ਹੈਗੀ ਉਸ ਮਾਲਕ ਪਰਮਾਤਮਾ ਦੀ ਵਡਿਆਈ, ਵੱਡੇ ਦੀ
ਇਸ ਤਰੀਕੇ ਦੇ ਨਾਲ ਉਹ ਜਿਹੜੇ ਹੈਗੇ ਉਹ ਮਾਲਕ ਨੂੰ ਆਪਣੇ ਅੰਦਰ ਆਪਣੀ ਆਤਮਾ ਨੂੰ ਪ੍ਰਗਟ ਕਰ ਲੈਂਦੇ ਆ। ਹੁਣ ਅੱਗੇ ਜਿਹੜੇ ਹੈਗੇ ਮਹਾਰਾਜ 8ਵੀਂ ਪੌੜੀ ਦੇ ਵਿੱਚ ਇਸ ਸ਼ਲੋਕ ਦੇ ਵਿੱਚ ਆਪਾਂ ਨੂੰ ਗਿਆਨ ਦੇ ਰਿਹਾ। ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ। ਪੁਰਖਾਂ ਬਿਰਖਾਂ ਤੀਰਥਾਂ ਕਹਿੰਦੇ ਇਨਸਾਨ ਤੇ ਆ ਦਰਖਤ ਤੀਰਥ ਤੱਟ ਦਰਿਆ ਦੇ ਤੱਟ ਮੇਘ ਬੱਦਲ ਖੇਤ ਦੀਪ ਜਿਹੜੇ ਬਣਾਏ ਹੋਏ ਆ ਸਾਰੇ ਦੇ ਸਾਰੇ ਇਹ ਲੋਆਂ ਲੋਕ ਮੰਡਲ ਬਣਾਇਆ ਸੌਰ ਮੰਡਲ ਖੰਡਾਂ ਵਰਮੰਡਾਂ ਇਹ ਖੰਡ ਹੈਗੇ 9 ਖੰਡ ਪ੍ਰਿਥਵੀ ਤੇ ਵਰਪੰਡਾਂ ਮਤਲਬ ਬ੍ਰਹਿਮੰਡ ਇਹ ਸਾਰਾ ਬ੍ਰਹਿਮੰਡ। ਆਂਡਜ ਜੇਰਜ ਉਤਪੁਜਾਂ ਖਾਣੀ ਸੇਤ ਜਾਂ ਤੇ ਆਂਡੇ ਜੇਰ ਤੇ ਵੈਜੀਟੇਸ਼ਨ ਉਤਪੁਜ ਖਾਣ ਇਹ ਸੇਤ ਜਾਂ ਮਤਲਬ ਪਸੀਨਾ ਹੁਸੜ ਖਾਣੀ ਮਤਲਬ ਇਹ 4 ਤਰੀਕੇ 4 ਖਾਣੀਆਂ ਇਹ ਪੈਦਾਵਾਰ ਦੀਆਂ ਦੁਨੀਆ ਦੇ ਵਿੱਚ ਪੈਦਾਇਸ਼ ਵੈਜੀਟੇਸ਼ਨ ਤੇ ਜੀਵ ਜਿਹੜੇ ਪੈਦਾ ਕਿਵੇਂ ਹੁੰਦੇ ਆ ਉਹ ਆਂਡਿਆਂ ਤੋਂ ਜੇਰ ਤੋਂ ਜਾਂ ਪਸੀਨੇ ਜਾਂ ਹੁਸੜ ਤੋਂ ਪੈਦਾ ਹੁੰਦੇ ਆ ਤੇ ਵੈਜੀਟੇਸ਼ਨ ਜਿਹੜੀ ਪੈਦਾ ਹੁੰਦੀ ਧਰਤੀ ਤੋਂ। ਸੋ ਮਿੱਤ ਜਾਣੇ ਨਾਨਕਾ ਸਰਾਂ ਮੇਰਾ ਜਨਤਾਂ ਕਹਿੰਦੇ ਸਰ ਤੇ ਪਹਾੜ ਤੇ ਜਨਤਾ ਮਤਲਬ ਸਾਰੇ ਕਿੰਨੇ ਕੁ ਜੀਵ ਹੈਗੇ ਦੁਨੀਆ ਦੇ ਵਿੱਚ ਕਿੰਨੇ ਕੁ ਜੀਵ ਹੈਗੇ ਦੀਪਾਂ ਲੋਹਾਂ ਮੰਡਲਾਂ ਖੰਡਾਂ ਬ੍ਰਹਮੰਡਾਂ ਦੇ ਵਿੱਚ ਕਿੰਨੇ ਕੁ ਜਿਹੜੇ ਹੈਗੇ ਤੀਰਥ ਹੈਗੇ ਕਿੰਨੇ ਕੁ ਤੱਟ ਹੈਗੇ ਕਿੰਨੇ ਕੁ ਮੇਘ ਹੈਗੇ ਕਿੰਨੇ ਕੁ ਖੇਤ ਹੈਗੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਜ਼ਹਿਰ ਤੋਂ ਪੈਦਾ ਹੋਣ ਵਾਲੇ ਪਸੀਨੇ ਹੁਸੜ ਤੋਂ ਪੈਦਾ ਹੋਣ ਵਾਲੇ ਜਿਹੜੇ ਹੈਗੇ ਜੂਆਂ ਜਾਂ ਹੋਰ ਜਿਹੜੇ ਪੈਦਾ ਹੋ ਜਾਂਦੇ ਆ। ਦੇਖੋ ਮਾੜਾ ਜਿਹਾ ਪਾਣੀ ਆਇਆ ਨਹੀਂ ਉਹ ਡੱਡੀਆਂ ਡੁੱਡੀਆਂ ਜਿਹੜੀਆਂ ਹੈਗੀਆਂ ਝੋਨੇ ਦੇ ਪਹਿਲਾਂ ਕਿ ਕਿਸ ਤਰ੍ਹਾਂ ਖੇਤ 'ਚ ਪਹਿਲੀ ਵਾਰੀ ਪਾਣੀ ਦਿਓ ਥੋੜ੍ਹੇ ਦਿਨਾਂ 'ਚ 4-5 ਦਿਨਾਂ 'ਚ ਹੀ ਉਹ ਮਾੜੀ ਜਿਹੜੀ ਹੈਗੀ ਮੱਛਰੀ ਜੀ ਪੈਦਾ ਹੋ ਜਾਂਦੀ। ਕਹਿੰਦੇ ਸੋ ਮਿੱਤ ਜਾਣੇ ਨਾਨਕਾ ਉਹ ਜਾਣਦਾ ਆ ਇਹ ਕਿੰਨੀ ਕੁ ਹੈਗੀ ਆ ਇਹ ਕਿੰਨੀ ਕੁ ਰਚਨਾ ਹੈਗੀ ਕਿੰਨੇ ਕੁ ਜੀਵ ਹੈਗੇ ਦੁਨੀਆ ਦੇ ਵਿੱਚ ਇਹ ਨਹੀਂ ਕੋਈ ਜਾਣ ਸਕਦਾ ਭਾਈ। ਐਸਾ ਪਰਮਾਤਮਾ ਹੈ ਜਿਹਨੇ ਆਪਣੇ ਤੋਂ ਇੰਨੇ ਜੀਵ ਪੈਦਾ ਕੀਤੇ ਆ। ਸੋ ਮਿੱਤ ਜਾਣੇ ਨਾਨਕਾ ਇਹਨਾਂ ਦੀ ਮਿਤੀ ਇਹਨਾਂ ਦੀ ਕਾਊਂਟਿੰਗ ਜਿਹੜਾ ਉਹ ਜਾਣਦਾ ਹੈ ਮਾਲਕ ਪਰਮਾਤਮਾ। ਸਰਾਂ ਮੇਰਾ ਜਨਤਾ ਇੱਕ ਪਹਾੜ ਸਰੋਵਰ ਮੇਰ ਇਹ ਤੇ ਜੰਤ ਫਿਰ ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾ ਕਮਾ ਲਿਆ ਕਹਿੰਦੇ ਇੰਨੇ ਜੰਤ ਪੈਦਾ ਕਰਕੇ ਔਰ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ ਸਾਰਿਆਂ ਨੂੰ ਸਮਾਂ ਦਿੱਤਾ ਹੈ ਨਿਰਧਾਰਿਤ ਸਮਾਂ ਉਹਨਾਂ ਨੇ ਜਿੰਦਾ ਰਹਿਣਾ ਹੀ ਆ ਖਾਣਾ ਪੀਣਾ ਸਾਰਾ ਮਿਲਣਾ ਹੀ ਆ ਉਹਨਾਂ ਨੂੰ। ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਂ ਹੈ। ਕਹਿੰਦੇ ਜਿਸ ਮਾਲਕ ਨੇ ਆ ਸਾਰਾ ਕਰਨਾ ਕੀਤਾ ਆ ਸਾਰੀ ਸ੍ਰਿਸ਼ਟੀ ਖੰਡ ਬ੍ਰਹਮੰਡ ਜੰਤ ਪੈਦਾ ਕੀਤੇ ਵੈਜੀਟੇਸ਼ਨ ਪੈਦਾ ਕੀਤੀ ਆ ਉਹਨੂੰ ਚਿੰਤਾ ਹੈਗੀ ਭਾਈ। ਜਿਨ ਕਰਤੇ ਕਰਨਾ ਕੀਆ ਜਿਸਨੇ ਕਰਨਾ ਕੀਤਾ ਹੈ ਭਾਈ ਇਹ ਸਾਰੀ ਸ੍ਰਿਸ਼ਟੀ ਬਣਾਈ ਹੈਗੀ ਜੀਵ ਪੈਦਾ ਕੀਤੇ ਆ ਉਹਨਾਂ ਦੀ ਚਿੰਤਾ ਉਸੇ ਨੇ ਕਰਨੀ ਆ। ਚਿੰਤਾ ਵੀ ਕਰਨੀ ਤਾਂ ਹੈ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤੈਨੂੰ ਕਾਹਦੀ ਫਿਕਰ ਹੈ ਭਾਈ। ਉਹ ਕਰਤਾ ਹੈ ਉਹ ਚਿੰਤਾ ਕਰੇ ਜਿਸਨੇ ਪੈਦਾ ਕੀਤਾ ਹੈ ਆਪਾਂ ਨੂੰ ਕੀ ਲੋੜ ਪਈ ਹੈ। ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤਿਸ ਜੋਹਾਰੀ ਸੁਆਸਤ ਤਿਸ ਦੀਵਾਨ ਅਭਗ। ਤੇਰਾ ਕੰਮ ਤਾਂ ਆ ਹੈਗਾ ਭਾਈ ਕਿ ਐਡਾ ਵੱਡਾ ਮਾਲਕ ਪਰਮਾਤਮਾ ਜਿਹਦੀ ਰਚਨਾ ਦਾ ਅੰਤ ਹੀ ਨਹੀਂ ਹੈ ਜਿਹਦੇ ਜੀਵਾਂ ਦਾ ਅੰਤ ਹੀ ਨਹੀਂ ਹੈ ਜਿਹਦੀ ਪੈਦਾਇਸ਼ ਦਾ ਕੋਈ ਅੰਤ ਹੀ ਨਹੀਂ ਆ ਜਿਹੜਾ ਇੰਨੇ ਨੂੰ ਪਾਲ ਰਿਹਾ ਹੈ ਇੰਨੇ ਨੂੰ ਦੇਖ ਰਿਹਾ ਹੈ ਇੰਨੇ ਦੀ ਚਿੰਤਾ ਕਰ ਰਿਹਾ ਆ ਉਸ ਨੂੰ ਜੋਹਾਰੀ ਕਰ ਉਸ ਨੂੰ ਨਮਸਕਾਰ ਕਰ ਉਸ ਦੇ ਅੱਗੇ ਅਸਤ ਹੋ ਜਾ ਉਸ ਦੇ ਅੱਗੇ ਆਪਣਾ ਆਪ ਸਮਰਪਿਤ ਕਰ ਦੇ। ਸੋ ਅਸਤ ਤਿਸ ਦੀਵਾਨ ਅਪੱਗ ਉਸ ਦਾ ਦੀਵਾਨ ਉਸ ਦੀ ਕਚਹਿਰੀ ਹਮੇਸ਼ਾ ਰਹਿਣ ਵਾਲੀ ਆ ਉਹ ਕਦੀ ਭੰਗ ਨਹੀਂ ਹੋਣ ਵਾਲੀ।
ਐਸੇ ਮਾਲਕ ਪਰਮਾਤਮਾ ਦੇ ਅੱਗੇ ਜੁਹਾਰੀ ਕਰ, ਉਸ ਦੇ ਅੱਗੇ ਝੁਕ ਜਾ। ਤੇਰਾ ਕੰਮ ਆ ਹੈਗਾ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਉਸ ਮਾਲਕ ਪਰਮਾਤਮਾ ਦੇ ਨਾਮ ਤੋਂ ਬਗੈਰ, ਉਸ ਮਾਲਕ ਪਰਮਾਤਮਾ ਦੇ ਨਾਮ ਤੋਂ ਬਗੈਰ ਕੋਈ ਵੀ ਇਸ ਗੇਮ ਚੋਂ ਬਾਹਰ ਨਹੀਂ ਹੋ ਸਕਦਾ। ਕਹਿੰਦੇ ਬਾਕੀ ਸਾਰੇ ਟਿੱਕੇ ਔਰ ਆ ਤੱਗ ਜਨੇਊ ਜੋ ਕੁਛ ਵੀ ਬਾਹਰੀ ਚਿੰਨ੍ਹ ਹੈਗੇ, ਕਹਿੰਦੇ ਇਹਨਾਂ ਦਾ ਕੀ ਮਹੱਤਵ ਹੈਗਾ ਭਾਈ ਨਾਮ ਤੋਂ ਬਗੈਰ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਹਾਂਜੀ ਸੁਖਵਿੰਦਰ ਜੀ। ਹਾਂਜੀ, ਇੱਥੇ ਵੀ ਉਹ ਸਾਰੀ ਉਹ ਸ੍ਰਿਸ਼ਟੀ ਦਾ ਵਰਣਨ ਕਰਕੇ ਉਹ ਕਹਿੰਦੇ ਤੂੰ ਜਿਹੜੇ ਆ ਕਰਮ ਕਾਂਡਾਂ ਚ ਪਿਆ ਹੀਰ ਤੇ ਫਿਰ ਉੱਥੇ ਆ ਜਾਂਦੇ ਆ। ਉਹ ਕਹਿੰਦੇ ਉਹ ਤੂੰ ਕਿਹੜੇ ਚੱਕਰਾਂ ਚ ਪਿਆ। ਉਹ ਗੁਰੂ ਨਾਨਕ ਸਾਹਿਬ ਪਹਿਲਾਂ ਵੀ ਕਹਿ ਚੁੱਕੇ ਹੈ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਾਟੇ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ। ਧਨ ਸੋ ਮਾਨਸ ਨਾਨਕਾ ਜੋਗਾ ਚੱਲੇ ਪਾਏ। ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ, ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਦੀਆ। ਫਿਰ ਕਹਿੰਦੇ ਉਹ ਮੋਆ ਉਹ ਚੜ ਪਿਆ ਬੇਤੱਗਾ ਗਿਆ, ਬਿਨਾਂ ਜਨੇਊ ਤੋਂ ਚਲਾ ਗਿਆ। ਬਸ 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 ਕਿੱਧਰ ਤੂੰ ਚੱਕਰਾਂ ਚ ਪਏ ਹੋ। ਉਹ ਕਹਿੰਦੇ ਉਹ ਸੱਚੇ ਨਾਮ ਤੋਂ ਬਿਨਾ ਕਿਹੜੇ ਧਾਗਿਆਂ ਦੀ, ਕਿਹੜੇ ਜਨੇਊਆਂ ਦੀ, ਕਿਹੜੇ ਚਿੰਨ੍ਹਾਂ ਦੀਆਂ ਗੱਲਾਂ ਕਰੀ ਜਾਂਦੇ ਹੋ। ਉਹ ਪ੍ਰਮਾਤਮਾ ਇੱਕ ਐਸੀ ਸ਼ਕਤੀ, ਉਹ ਜਿਹਨੇ ਦੇਖੋ ਉਹਨੇ ਤੱਟ, ਮੇਘ, ਵੈਜੀਟੇਸ਼ਨ, ਤੀਰਥ, ਨਦੀਆਂ, ਸਮੁੰਦਰ, ਪਹਾੜ, ਲੋ, ਪਤਾਲ, ਆਕਾਸ਼, ਪ੍ਰਿਥਵੀ ਸਭ ਸਾਜੇ। ਫਿਰ ਉਹਨੇ ਪੈਦਾ ਕੀਤੀ। ਉਹ ਗੁਰਬਾਣੀ ਉਹਦੇ ਚ ਵੀ ਆਪਾਂ ਪੜ੍ਹਦੇ ਆ ਰੋਜ਼, ਇੱਕ ਹੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਮ ਕਹੀ ਭੂਪਾ ਅੰਡਰ ਜੇਰੇ ਸੇਤ ਜਗੀਨੀ ਉਤਪਜ ਖਾਨ ਬਹੁਰ ਰਚ ਦੇਨੀ। ਉਹ ਤਾਂ ਐਡਾ ਮਾਲਕ, ਬਿਸਮਾਰ ਜਾ ਤੂੰ ਉੱਤੇ, ਉਹਦੇ ਤੇ ਕੁਰਬਾਨ ਜਾ, ਉਹਦਾ ਸ਼ੁਕਰ ਕਰ ਕਿ ਵੀ ਮੈਂ ਕਿਉਂ ਤੂੰ ਚਿੰਤਾ, ਕਿਹੜੀ ਚਿੰਤਾ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ। ਕਿਉਂਕਿ ਗੁਰਬਾਣੀ ਕਹਿੰਦੀ ਕਿ ਜੋ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਅਸੀਂ ਉਸ ਚੱਕਰਾਂ ਚ ਕੀ ਲੈਣਾ। ਅਸੀਂ ਕਹੀਏ ਵੀ ਸਾਨੂੰ ਮਾਲਕਾ ਕੱਢ, ਬਸ ਅਸੀਂ ਤੇਰੇ ਅੱਗੇ ਨਤਮਸਤਕ ਹੋ ਗਏ ਆ, ਅਸੀਂ ਤੇਰੇ ਅੱਗੇ ਸਰੈਂਡਰ ਕਰਕੇ ਬੈਠ ਗਏ ਆ, ਹੁਣ ਤੂੰ ਸਾਨੂੰ ਆਪਣਾ ਨਾਮ ਦੇ। ਜੀ ਵੀਰ ਜੀ। ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਕਿਉਂਕਿ ਜਿਹੜਾ ਹੈਗਾ ਅਸਲੀ ਕੰਮ ਜਿਹੜਾ ਹੈਗਾ, ਦੇਖੋ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਇਸ ਤੋਂ ਇਲਾਵਾ ਇਹੀ ਰਸਤਾ ਰੱਖਿਆ ਹੈ। ਜਿਸ ਮਾਲਕ ਨੇ ਜਿਹੜਾ ਹੈਗਾ ਇਹ ਸਾਰਾ ਦਾ ਸਾਰਾ ਸ੍ਰਿਸ਼ਟੀ ਦੀ ਰਚਨਾ ਕੀਤੀ ਆ, ਉਸਨੇ ਇਹ ਜਿਹੜੀ ਸਾਰੀ ਗੇਮ ਪਾਈ ਹੋਈ ਆ, ਆਪਾਂ ਨੂੰ ਜਿਹੜਾ ਹੈਗਾ ਇਹ ਪ੍ਰਕਿਰਤੀ ਦੀ ਕੈਦ ਦੇ ਵਿੱਚ ਪਾਇਆ ਹੋਇਆ ਆ। ਉਹ ਕਹਿੰਦਾ ਹੋਰ ਕੋਈ ਰਸਤਾ ਮੈਂ ਰੱਖਿਆ ਹੀ ਨਹੀਂ, ਤੂੰ ਕਿਵੇਂ ਨਿਕਲ ਜਾਏਗਾ ਪਿਆਰਿਆ। ਤੂੰ ਕਿਵੇਂ ਬਾਹਰ ਦੇ ਜਿਹੜੇ ਹੈਗੇ ਆ ਇਹ ਚਿੰਨ੍ਹਾਂ ਦੇ ਨਾਲ ਤੂੰ ਜਿਹੜਾ ਹੈਗਾ ਇਸ ਰਸਤੇ ਤੋਂ ਬਾਹਰ ਆ ਜਾਏਗਾ। ਇਹ ਕਿਹੜੇ ਤਰੀਕੇ ਨਾਲ ਆ ਜਾਏਗਾ ਦੱਸ, ਜਦ ਮੈਂ ਰੱਖਿਆ ਹੀ ਨਹੀਂ ਇਹ ਕੰਮ। ਇਹ ਕੰਮ ਤਾਂ ਅੰਦਰ ਦਾ ਮਨ ਦਾ ਕੰਮ ਹੈ। ਮਨ ਨੇ ਭਗਤੀ ਕਰਨੀ ਹੈ ਔਰ ਮਨ ਨੇ ਜਿਹੜਾ ਹੈਗਾ ਆਤਮਾ ਦੇ ਵਿੱਚ ਜਿਹੜਾ ਹੈਗਾ ਪਹੁੰਚਣਾ ਹੈ ਪਾਏ। ਮਨ ਦੇ ਵਿੱਚੋਂ ਦੀ ਸੁਰਤ ਜਿਹੜੀ ਹੈਗੀ ਆਪਾਂ ਜਿਹੜੇ ਹੈਗੇ ਆ ਚੇਤਨ ਹੈਗੇ, ਇਹ ਚੇਤਨਤਾ ਇਹਨੇ ਜਿਹੜਾ ਹੈਗਾ ਮਨ ਦੇ ਵਿੱਚੋਂ ਦੀ ਲੰਘਣਾ ਹੈ। ਮਨ ਜਿਹੜਾ ਹੈਗਾ ਇਹ ਸੁਰਤ ਜਿਹੜੀ ਹੈਗੀ, ਸੁਰਤ ਦੇ ਨਾਲ ਮਨ ਬਾਹਰ ਟਰੈਵਲ ਕਰਦਾ ਹੈ। ਸੁਰਤ ਜਦ ਮਨ ਦੇ ਵਿੱਚ ਵੜੇਗੀ, ਸੁਰਤ ਮਨ ਦੇ ਵਿੱਚ ਵੜ ਜਾਏਗੀ ਔਰ ਜਿਹੜਾ ਦ੍ਰਿਸ਼ਟਾ ਹੈਗਾ, ਉਹ ਦ੍ਰਿਸ਼ਟ ਜਿਹੜਾ ਹੈਗਾ ਜਿਹਨੂੰ ਲੱਭ ਰਿਹਾ, ਜਿਹਨੂੰ ਦੇਖ ਰਿਹਾ, ਦੋਨੋਂ ਇੱਕ ਹੋ ਜਾਣਗੇ ਤਾਂ ਜਿਹੜੀ ਹੈਗੀ ਆਤਮ ਦਰਸ਼ਨ ਹੋ ਜਾਏਗਾ। ਇਹ ਜਿਹੜਾ ਜੋ ਮਨ ਦੇ ਉੱਤੇ ਮੈਲ ਹੈਗੀ ਸਾਰੀ ਨਿਕਲ ਜਾਏਗੀ। ਇਹ ਜਿਹੜਾ ਹੈਗਾ ਇਹ ਧਿਆਨ ਦੇ ਬਗੈਰ, ਸੱਚੇ ਨਾਮ ਦੇ ਬਗੈਰ ਇਹ ਕੰਮ ਨਹੀਂ ਹੋ ਸਕਦਾ। ਕੋਈ ਦੇਖੋ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਟਿੱਕਾ ਔਰ ਤੱਗ ਜਿਹੜਾ ਹੈਗਾ ਇਹਨਾਂ ਦੇ ਨਾਲ ਜਿਹੜਾ ਹੈਗਾ ਵਿਚਾਰ ਬੰਦ ਕਰਨ ਦਾ ਕੋਈ ਸੰਬੰਧ ਹੈਗਾ ਭਾਈ ਇਹਦਾ। ਇਹ ਬਾਹਰ ਜਿਹੜੇ ਹੈਗੇ ਬਾਹਰ ਆਪਾਂ ਤੀਰਥਾਂ ਤੇ ਜਾ ਰਹੇ ਹਾਂ, ਯਾਤਰਾ ਕਰ ਰਹੇ ਹਾਂ, ਕਿਤੇ ਤੇ ਕਿਤੇ ਹੋਰ ਜਾ ਰਹੇ ਹਾਂ, ਉਹਦੇ ਨਾਲ ਵਿਚਾਰ ਬੰਦ ਹੋਣ ਦਾ ਕੋਈ ਸੰਬੰਧ ਹੈਗਾ। ਆਪਾਂ ਖੁਦ ਸੋਚੀਏ ਨਾ, ਆਪਾਂ ਆਪਣੇ ਮਨ ਨੂੰ ਆਪਣੇ ਬੁੱਧੀ ਯੂਜ਼ ਕਰੀਏ ਨਾ, ਜਵਾਬ ਦਈਏ ਬਈ ਹੈ ਕੋਈ ਸੰਬੰਧ ਉਹਦਾ। ਮਹੱਲਾ ਪਹਿਲਾ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ। ਆ ਦੇਖੋ ਹੁਣ ਕੀ ਕਹਿ ਰਹੇ ਮਹਾਰਾਜ,
ਕਹਿੰਦੇ ਲੱਖਾਂ ਹੀ ਨੇਕੀਆਂ ਕਰ ਲਾ, ਲੱਖਾਂ ਹੀ ਚੰਗਿਆਈਆਂ ਕਰ ਲਾ, ਲੱਖਾਂ ਹੀ ਪੁੰਨ ਕਰ ਲਾ ਦੁਨੀਆ ਦੇ ਵਿੱਚ ਜਿਹੜੇ ਕਿ ਲੋਕੀ ਮੰਨਦੇ ਹੋਣ, ਲੋਕੀ ਪ੍ਰਵਾਨ ਕਰਦੇ ਹੋਣ, ਲੋਕੀ ਵਾਵਾ ਕਰਦੇ ਹੋਣ। ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ। ਲੱਖਾਂ ਹੀ ਤਪ ਕਰ ਲਾ ਤੀਰਥਾਂ ਤੇ ਜਾ ਕੇ, ਸਹਿਜ ਜੋਗ ਜਿਹੜਾ ਹੈਗਾ, ਯੋਗ ਸਾਧਨਾ ਦੇ ਨਾਲ ਜਿਹੜਾ ਹੈਗਾ, ਇਹ ਈੜਾ ਪਿੰਗਲਾ ਸੁਖਮਨਾ ਜਿਹੜਾ ਹੈਗਾ, ਇਹ ਔਰ ਜਿਹੜਾ ਹੈਗਾ ਤੇਰੇ ਜਿਹੜੇ ਹੈਗੇ ਆ ਉਹ ਰੇਚਕ ਕੁੰਭਕ ਪੂਰਕ ਜਿਹੜੇ ਹੈਗੇ, ਜਾ ਕੇ ਬੀਆਬਾਨ, ਬੇਬਾਨ ਮਤਲਬ ਜੇ ਉੱਥੇ ਜਾ ਕੇ ਮਨ ਨੂੰ ਖੜਾ ਕਰਨ ਦੀ ਜਿਹੜੀ ਹੈਗੀ ਸੁਰਤ ਇਹ ਸਵਾਸ ਚੜਾਉਣ ਦੇ ਜਿਹੜੇ ਹੈਗੇ ਉੱਪਰ ਦਸਮ ਦੁਆਰ ਤੇ ਉਹ ਕਰਕੇ ਦੇਖ ਲਾ। ਲੱਖ ਤਪ ਉੱਪਰ ਤੀਰਥਾਂ, ਤੀਰਥਾਂ ਤੇ ਜਾ ਕੇ ਤਪ ਕਰਕੇ ਦੇਖ ਲਾ। ਸਹਿਜ ਜੋਗ ਬੇਬਾਨ ਕਰਕੇ ਬੀਆਬਾਨ ਦੇ ਵਿੱਚ ਜਾ ਕੇ ਯੋਗ ਸਾਧਨਾ ਕਰਕੇ ਦੇਖ ਲਾ। ਲੱਖ ਸੂਰਤਨ ਸੰਗਰਾਮ ਰਣ ਮੇ ਛੁਟੇ ਪ੍ਰਾਣ। ਲੱਖਾਂ ਹੀ ਯੋਧੇ ਬਣ ਕੇ ਦੇਖ ਲਾ, ਜਿਹੜਾ ਰਣ ਦੇ ਵਿੱਚ ਯੁੱਧ ਭੂਮੀ ਦੇ ਵਿੱਚ ਆਪਣੀ ਜਾਨ ਦੇ ਕੇ ਦੇਖ ਲਾ, ਤਾਂ ਵੀ ਇਸ ਗੇਮ ਤੋਂ ਬਾਹਰ ਨਹੀਂ ਨਿਕਲ ਸਕਦਾ, ਫਿਰ ਜੂਨਾਂ ਦੇ ਵਿੱਚ ਜਾਏਗਾ। ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ। ਲੱਖਾਂ ਹੀ ਤਰੀਕੇ ਦੇ ਨਾਲ ਹੋਰ ਜਿਹੜੀਆਂ ਹੈਗੀਆਂ ਆਪਣੀ ਸੁਰਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਕੇ ਦੇਖ ਲਾ। ਲੱਖਾਂ ਹੀ ਗਿਆਨ ਪੜ੍ਹ ਕੇ ਦੇਖ ਲਾ, ਧਿਆਨ ਲਗਾ ਕੇ ਦੇਖ ਲਾ ਜੋਗੀਆਂ ਵਾਲਾ। ਪੜ੍ਹੀਏ ਪਾਠ ਪੁਰਾਣ, ਪਾਠ ਜਿਹੜਾ ਹੈਗਾ ਕਰਕੇ ਦੇਖ ਲਾ। ਪੁਰਾਣ ਜਿਹੜਾ ਹੈਗਾ ਧਾਰਮਿਕ ਗ੍ਰੰਥ ਜਿਹੜੇ ਹੈਗੇ ਇਹਨਾਂ ਨੂੰ ਪੜ੍ਹ ਕੇ ਦੇਖ ਲਾ, ਇਹਨਾਂ ਦਾ ਗਿਆਨ ਲੈ ਕੇ ਦੇਖ ਲਾ। ਜਿਨੇ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ। ਜਿਸ ਮਾਲਕ ਨੇ ਇਹ ਜਿਹੜਾ ਸੰਸਾਰ, ਇਹ ਸ੍ਰਿਸ਼ਟੀ, ਇਹ ਜਿਹੜਾ ਤੇਰਾ ਸਰੀਰ ਬਣਾਇਆ ਆ, ਉਸ ਮਾਲਕ ਨੇ ਜਿਹੜਾ ਹੈਗਾ ਇਹ ਆਉਣ ਜਾਣ ਦਾ, ਜੂਨਾਂ ਦੇ ਵਿੱਚ ਪਾਉਣ ਦਾ ਜਿਹੜਾ ਹੈਗਾ ਉਹਨੇ ਨਿਯਮ ਬਣਾਇਆ ਹੋਇਆ ਆ। ਨਾਨਕ ਮੱਤੀ ਮਿਥਿਆ। ਇਹ ਸਾਰੀਆਂ ਮੱਤਾਂ ਮਿਥਿਆ ਹੈਗੀਆਂ, ਇਹਨਾਂ ਦੇ ਨਾਲ ਨਹੀਂ ਨਿਕਲ ਸਕਦਾ, ਨਹੀਂ ਛੁੱਟ ਸਕਦਾ। ਫਿਰ ਮਹਾਰਾਜ ਜੀ ਕਿਵੇਂ ਛੁੱਟ ਸਕਦਾ ਹੈ ਮੈਂ? ਕਰਮ ਸੱਚਾ ਨਿਸ਼ਾਨ। ਕਹਿੰਦੇ ਸੱਚਾ ਕਰਮ ਕਰਨਾ ਪਊਗਾ ਤੈਨੂੰ, ਤਾਂ ਜਿਹੜਾ ਹੈਗਾ ਮਾਲਕ ਦੀ ਬਖਸ਼ਿਸ਼ ਦੇ ਨਾਲ ਤੂੰ ਛੁੱਟ ਸਕਦਾ ਹੈ, ਤਾਂ ਤੈਨੂੰ ਵੀਜ਼ਾ ਮਿਲ ਸਕਦਾ ਹੈ ਉਸ ਮਾਲਕ ਪਰਮਾਤਮਾ ਦੇ ਦੇਸ਼ ਦਾ। ਤੇਰੇ ਨਿਸ਼ਾਨ ਆਏਗਾ ਤਾਂ ਤੈਨੂੰ ਧਰਮਰਾਜ ਕੁਛ ਨਹੀਂ ਕਹੇਗਾ। ਨਾਨਕ ਮੱਤੀ ਮਿਥਿਆ। ਬਾਕੀ ਮੱਤਾਂ ਸਾਰੀਆਂ ਮਿਥਿਆ ਹੈਗੀਆਂ ਪਾਏ। ਕਰਮ ਸੱਚਾ ਨਿਸ਼ਾਨ। ਉਹੀ ਸੱਚਾ ਕਰਮ ਕੀ ਹੈਗਾ? ਉਹ ਹੈਗੀ ਭਗਤੀ, ਬੰਦਗੀ, ਮਨ ਨੂੰ ਖੜਾ ਕਰਨਾ, ਵਿਚਾਰ ਬੰਦ ਕਰਨੇ। ਹਾਂਜੀ ਸੁਖਵਿੰਦਰ ਜੀ। ਹਾਂ ਬਿਲਕੁਲ ਜੀ। ਉਹ ਕਹਿੰਦੇ ਜੋ ਮਰਜ਼ੀ ਕਰ ਲੈ, ਛੁਟਕਾਰਾ ਤਾਂ ਤੇਰਾ ਕਰਮ ਸੱਚਾ ਨਿਸ਼ਾਨ। ਇਹ ਇੱਕ ਪ੍ਰੈਕਟੀਕਲ ਵਿਧੀ ਹੈ ਜਿਹੜੀ ਜਿੱਥੇ ਤੈਨੂੰ ਕੁਝ ਕਰਨਾ ਪਏਗਾ। ਪੜ੍ਹਨ ਨਾਲ, ਯੋਗ ਕਰਨ ਨਾਲ, ਜਾਂ ਤੈਨੂੰ ਕੋਈ ਯੋਧੇ ਮਹਾਬਲੀ ਬਣਨ ਨਾਲ, ਜਾਂ ਕੋਈ ਤੀਰਥਾਂ ਤੇ ਤੂੰ ਜਾ ਕੇ ਤੂੰ ਜੋ ਮਰਜ਼ੀ ਕਰੀ ਜਾ ਉਹਨਾਂ ਨਾਲ, ਜਾਂ ਕੋਈ ਚੰਗਿਆਈਆਂ ਤੂੰ ਕਰ ਰਿਹਾ। ਤੂੰ ਚੰਗਿਆਈਆਂ ਪਿੱਛੇ ਕੀ ਹੈ? ਪਿੱਛੇ ਕੁਝ ਹੋਰ ਛੁਪਿਆ ਹੋਇਆ ਵੀ ਲੋਕ ਆਪਾਂ ਪਿੱਛੇ ਪੜ੍ਹ ਕੇ ਗਏ ਆ। ਇਹ ਚੀਜ਼ ਇਸੇ ਦੇ ਅੰਦਰ ਹੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਸਹਿਸਾ ਗੁਣਾ ਮੰਗਦਾ, ਦੇਤੇ 100 ਦੇਤਾ ਤੇ ਕਹਿੰਦਾ ਲੱਖਾਂ ਦੇ ਦੇ ਮਾਲਕਾ। ਹਾਂ। ਤੇ ਫਿਰ ਆਪਣੀ ਵਾਹ ਮੰਗਦਾ ਉਹ ਚੰਗਿਆਈਆਂ ਵਿੱਚ ਵੀ ਲੋਕੀ ਮੇਰੇ ਗੁਣ ਗਾਣਗੇ। ਬਿਓਲੋ ਜੀ ਕਿੱਡਾ ਦਾਨੀ ਹੈ ਜੀ ਬੰਦਾ, ਉਹਨੇ ਜੀ ਕਮਾਲ ਕਰਤੀ ਜੀ, ਉੱਥੇ ਲੰਗਰ ਲਾਏ ਜੀ, ਉੱਥੇ ਉਹਨਾਂ ਨੇ ਛਬੀਲ ਲਾਈ ਜੀ, ਕਮਾਲ ਕਰਤੀ ਜੀ ਉਹਨਾਂ ਨੇ ਤਾਂ। ਤੇ ਅਸੀਂ ਇਹਨਾਂ ਚੱਕਰਾਂ 'ਚ, ਇਹ ਸ਼ਕਤੀਆਂ 'ਚ, ਉਹ ਕਹਿੰਦੇ ਕੱਖ ਨਹੀਂ ਲੱਭਣਾ। ਉਹ ਕਹਿੰਦੇ ਇੱਕੋ ਹੀ ਹੈ ਕਿ ਨਾਨਕ, ਕਿਉਂਕਿ ਸਭ ਮਿਥਿਆ ਜੋ ਤੂੰ ਕਰ ਰਿਹਾ ਹੈ, ਕਰਮਕਾਂਡ ਸਭ ਮਿਥਿਆ। ਅਲਟੀਮੇਟਲੀ ਕਰਨਾ ਤੈਨੂੰ ਕੀ ਪੈਣਾ ਹੈ ਕਿ ਵੀ ਉਹ ਪ੍ਰੈਕਟਿਸ ਸੁਣ ਦੇ ਵਿੱਚ ਸਾਧਨਾ ਜਿਹਨੂੰ ਆਪਾਂ ਕਹਿ ਰਹੇ ਹਾਂ, ਧਿਆਨ ਜਿਹਨੂੰ ਕਹਿ ਰਹੇ ਹਾਂ, ਉਸ ਜਿਹਨੂੰ ਕਹਿੰਦੇ ਆਪਾਂ ਕਿ ਵੀ ਅਸੀਂ ਰੋਜ਼ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਧਿਆਨ ਦੇ ਵਿੱਚ ਬੈਠ ਕੇ ਆਪਣੇ ਵਿਚਾਰਾਂ ਤੋਂ ਮੁਕਤ ਹੋ ਕੇ ਨਿਰਵਿਚਾਰ ਅਵਸਥਾ 'ਚ ਬੈਠ ਕੇ ਉਸ ਮਾਲਕ ਨੂੰ ਯਾਦ ਕਰਨਾ, ਉਹਦੇ ਨਾਲ ਪ੍ਰੇਮ ਦੀ ਇੱਕ ਡੋਰੀ ਨੂੰ ਜੋੜਨਾ, ਇਹੀ ਇੱਕ ਰਸਤਾ ਹੈ। ਅਦਰਵਾਈਜ਼ ਸਭ ਕੁਝ ਮਿਥਿਆ। ਗੁਰੂ ਨਾਨਕ ਸਾਹਿਬ ਕਹਿ ਰਹੇ ਜੀ। ਹਾਂਜੀ ਸੁਖਵਿੰਦਰ ਜੀ, ਇੱਕ ਨਾ ਤੁਹਾਡਾ ਜਿਹੜਾ ਨਾ ਥੋੜਾ ਜਿਹਾ ਅੱਗੇ ਹੋ ਜਾਓ ਮਾਈਕ ਤੋਂ, ਥੋੜਾ ਜਿਹਾ ਮਾਈਕ ਦੀ ਆਵਾਜ਼ ਤੁਹਾਡੀ ਘੱਟ ਆ, ਥੋੜੀ ਵੱਧ ਚਾਹੀਦੀ। ਹੁਣ ਠੀਕ ਹੈ ਜੀ? ਹਾਂ ਬਿਲਕੁਲ। ਹੁਣ ਆਵਾਜ਼? ਹਾਂ ਬਿਲਕੁਲ ਠੀਕ ਹੈ, ਬਹੁਤ ਵਧੀਆ। ਹੈਲੋ। ਹਾਂਜੀ ਬਿਲਕੁਲ ਠੀਕ ਹੈ ਜੀ। ਹਾਂ ਠੀਕ ਹੈ ਜੀ। ਉਹ ਮੈਂ ਫੋਨ ਮੈਂ ਥੱਲੇ ਰੱਖਿਆ, ਪਹਿਲਾਂ ਵੀਰ ਜੀ ਕਹਿ ਰਹੇ ਸੀ ਨਾ ਥੋੜਾ ਦੂਰ ਰੱਖੋ। ਨਹੀਂ ਵੀਰ ਜੀ, ਨਹੀਂ ਉਹ ਚਲੋ ਠੀਕ ਹੈ ਜੀ। ਹਾਂ ਤੇ ਇਹਦੇ ਵਿੱਚ ਦੇਖੋ ਜਿਹੜਾ ਹੈਗਾ ਨਾ, ਇਹ ਆਪਾਂ ਜਿਹੜੇ ਧਿਆਨ ਕਰ ਰਹੇ ਹਾਂ ਤੇ ਇਹ ਕੀ ਕਰ ਰਹੇ ਹਾਂ,
ਦੇਖੋ ਜੋ ਕੈਦ ਹੈਗੀ ਆਪਣੀ, ਆਪਾਂ ਕੈਦ ਦੇ ਵਿੱਚ ਆ। ਕਿਹੜੀ ਕੈਦ ਦੇ ਵਿੱਚ ਆ? ਆਪਾਂ ਕੈਦ ਦੇ ਵਿੱਚ ਆ ਇਹ ਪਦਾਰਥਾਂ ਦੀ, ਆਕਾਰ ਦੀ, ਝੋਗੇ ਦੀ, ਆਪਣੇ ਸਰੀਰ ਦੀ ਕੈਦ 'ਚ ਆ। ਇਸ ਚੋਂ ਨਿਕਲਣ ਦੇ ਵਾਸਤੇ ਇਹ ਕੈਦ ਕਾਹਦੇ ਨਾਲ ਹੈ? ਇਹ ਹੈਗੀ ਆਪਣੇ ਵਿਚਾਰਾਂ ਦੇ ਨਾਲ, ਮੋਹ ਦੇ ਨਾਲ। ਜਦ ਧਿਆਨ ਕਰਦੇ ਹਾਂ ਆਪਾਂ, ਇਸੇ ਵਿਚਾਰਾਂ ਨੂੰ ਬੰਦ ਕਰਨਾ ਹੈ ਤੇ ਆਟੋਮੈਟਿਕਲੀ ਜਿਹੜਾ ਹੈ ਮਨ ਜਿਹੜਾ ਹੈਗਾ ਇਹ ਮੋਹ ਦੀਆਂ ਤਾਰਾਂ ਦੇ ਨਾਲ ਬੰਨਿਆ ਹੋਇਆ ਜਿਹੜਾ ਛੁੱਟ ਜਾਏਗਾ ਜੀ। ਉਹ ਬਸ ਆਹੀ ਤਾਂ ਕਰ ਰਹੇ ਬਿਲਕੁਲ। ਇਹ ਤਾਂ ਸਾਇੰਟੀਫਿਕਲੀ ਪ੍ਰੂਵਡ ਹੈ ਬਿਲਕੁਲ। ਜਿਹੜਾ 2+2 ਵਾਲੀ ਗੱਲ ਆ 4, ਇਹਦੇ ਵਿੱਚ ਤਾਂ ਕੋਈ ਜਿਹੜਾ ਹੈਗਾ ਉਹ ਹੈ ਹੀ ਨਹੀਂ। ਇਹ ਤਾਂ ਬਿਲਕੁਲ ਸਾਹਮਣੇ ਜਿਹੜਾ ਹੈਗਾ ਬਿਲਕੁਲ ਪ੍ਰੈਕਟੀਕਲ ਕਰੋ, ਉਹਦੇ ਨਾਲ ਤੁਹਾਨੂੰ ਜਿਹੜਾ ਪਤਾ ਲੱਗਦਾ ਬਈ ਵਿਚਾਰ ਹੀ ਤਾਂ ਬੰਦ ਕਰ ਰਹੇ ਹਾਂ ਆਪਾਂ। ਵਿਚਾਰਾਂ ਦੀ ਤਾਂ ਕੈਦ 'ਚ ਹੈ, ਵਿਚਾਰ ਹੀ ਬੰਦ ਕਰ ਰਹੇ ਹਾਂ। ਇਹ ਦੱਸੋ ਇਹਦੇ ਵਿੱਚ ਕਿਹੜੀ ਆਪਾਂ ਪਰਮਾਤਮਾ ਦੀ ਉਸਤਤ ਕਿਹੜੀ ਕਰ ਰਹੇ ਹਾਂ? ਦੱਸੋ ਮਾਲਕ ਨੂੰ ਕਿਹੜਾ ਆਪਾਂ ਜਿਹੜੇ ਹੈਗੇ ਬਈ ਕੁਛ ਮਾਲਕ ਨੂੰ ਦੇ ਰਹੇ ਹਾਂ? ਇਹਦੇ ਵਿੱਚ ਇਹ ਭਗਤੀ ਤਾਂ ਆਪਣੇ ਵਾਸਤੇ ਕਰ ਰਹੇ ਹਾਂ। ਆਪਾਂ ਨੇ ਨਿਕਲਣਾ ਹੈ ਇਸ ਰਸਤੇ ਤੋਂ। ਤੇ ਅਗਲਾ ਅੱਗੇ ਪੌੜੀ ਆ ਗਈ ਜੀ। ਪੌੜੀ, ਸੱਚਾ ਸਾਹਿਬ ਏਕ ਤੂੰ ਜਿਨੇ ਸੱਚੋ ਸੱਚ ਵਰਤਾਇਆ। ਦੇਖ ਲਓ ਭਾਈ, ਕਹਿੰਦੇ ਤੂੰ ਮਾਲਕ ਪਰਮਾਤਮਾ ਸੱਚਾ ਹੈਗਾ, ਔਰ ਉਹ ਮਾਲਕ ਪਰਮਾਤਮਾ ਨੇ ਇਹ ਸੰਸਾਰ ਸ੍ਰਿਸ਼ਟੀ ਜਿਹੜੀ ਬਣਾਈ ਹੋਈ ਆ ਇਹ ਸਾਰੀ ਦੀ ਸਾਰੀ ਸੱਚ ਵਰਤਾਇਆ ਹੈ ਇਹਦੇ ਵਿੱਚ। ਹੁਣ ਦੇਖੋ ਭਾਈ, ਹੁਣ ਦੇ ਬਾਕੀ ਤਾਂ ਦੇਖੋ ਆਪਾਂ ਹਾਲੇ ਤੱਕ ਤਾਂ ਕਹਿ ਰਹੇ ਮਾਇਆ ਹੈਗੀ ਆ। ਇਹ ਜੋ ਦਿਖ ਰਿਹਾ ਹੈ, ਇਹ ਆਕਾਰ ਜੋ ਕੁਛ ਵੀ ਦਿਖ ਰਿਹਾ ਹੈ, ਇਹ 5 ਤੱਤਾਂ ਦੀ ਰਚਨਾ ਹੈਗੀ। ਫਿਰ ਸੱਚ ਕਿਵੇਂ ਹੈਗਾ ਭਾਈ? ਇੱਥੇ ਤਾਂ ਭੇਤ ਹੈਗਾ। ਸੱਚਾ ਸਾਹਿਬ ਏਕ ਤੂੰ ਜਿਨੇ ਸੱਚੋ ਸੱਚ ਵਰਤਾਇਆ। ਕਹਿੰਦੇ ਮਾਲਕ ਨੇ ਤਾਂ ਸੱਚੋ ਸੱਚ ਵਰਤਾਇਆ ਹੋਇਆ ਆ। ਹੁਣ ਆਪਾਂ ਨੂੰ ਸਮਝ ਨਹੀਂ ਆ ਰਿਹਾ ਵੀ ਇਹ ਸੱਚੋ ਸੱਚ ਕਿਵੇਂ ਹੈਗਾ ਭਾਈ। ਜਿਸ ਤੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨੀ ਸੱਚ ਕਮਾਇਆ। ਕਹਿੰਦੇ ਭਾਈ ਤੁਹਾਨੂੰ ਸੱਚ ਚਾਹੀਦਾ ਹੈ ਤੇ ਭਾਈ ਮਾਲਕ ਪਰਮਾਤਮਾ ਨੇ ਦੇਣਾ ਹੈ ਸੱਚ। ਜਿਸ ਤੂੰ ਤੂੰ ਦੇਣਾ ਹੈ ਸੱਚ। ਜਿਹਨੂੰ ਦਿੰਨਾ ਹੈ ਉਹਨੂੰ ਸੱਚ ਮਿਲਦਾ ਹੈ। ਤੇ ਕੀ ਕਰਦਾ ਹੈ ਉਹ? ਦੇਣਾ ਕੀ ਆ? ਕਹਿੰਦੇ ਰਸਤਾ ਵਿਧੀ ਪਤਾ ਲੱਗ ਜਾਂਦਾ ਉਹਨੂੰ, ਫਿਰ ਉਹ ਕਮਾਈ ਕਰਦਾ ਹੈ। ਤਾਂ ਤਿੰਨ ਹੀ ਸੱਚ ਕਮਾਇਆ। ਕੇਵਲ ਉਹਨਾਂ ਨੇ ਹੀ ਸੱਚ ਦੀ ਕਮਾਈ ਕੀਤੀ ਜਿਹਨੂੰ ਮਾਲਕ ਨੇ ਸੱਚ ਦਿੱਤਾ। ਤੇ ਮਾਲਕਾ ਤੇਰਾ ਕ੍ਰਾਈਟੇਰੀਆ ਕੀ ਹੈਗਾ? ਤੂੰ ਜਿਹੜਾ ਹੈਗਾ ਕਿਹਨੂੰ ਦਿੰਨਾ ਹੁੰਦਾ ਆ? ਹਿੰਦੂ ਨੂੰ ਦਿੰਨਾ ਹੈ, ਸਿੱਖ ਨੂੰ ਦਿੰਨਾ ਹੈ, ਮੁਸਲਮਾਨ ਨੂੰ ਦਿੰਨਾ ਹੈ, ਗੋਰੇ ਨੂੰ ਦਿੰਨਾ ਹੈ, ਕਾਲੇ ਨੂੰ ਦਿੰਨਾ ਹੈ। ਤੂੰ ਕਿਹਨੂੰ ਦਿੰਨਾ ਆ? ਤੇਰਾ ਕ੍ਰਾਈਟੇਰੀਆ ਕੀ ਹੈ ਦੇਣ ਦਾ? ਜਿਸ ਤੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲੈ ਸੱਚ ਪਾਇਆ, ਜਿਨ੍ਹਾਂ ਕੇ ਹਿਰਦੇ ਸੱਚ ਵਸਾਇਆ। ਕਹਿੰਦੇ ਭਾਈ ਮੈਂ ਤਾਂ ਸਾਰਿਆਂ ਦੇ ਵਾਸਤੇ ਗਿਆਨ, ਹਰੇਕ ਧਰਮ ਦੇ ਵਿੱਚ ਗਿਆਨ, ਬ੍ਰਹਮ ਗਿਆਨ ਹੈਗਾ, ਬ੍ਰਹਮ ਗਿਆਨੀ ਹੈਗੇ ਆ। ਮੈਂ ਤਾਂ ਹਰੇਕ ਧਰਮ ਦੇ ਵਿੱਚ ਸੱਚ ਨੂੰ ਵਰਤਾ ਰਿਹਾ ਆ ਤੇ ਕੋਈ ਲੈਂਦਾ ਹੀ ਨਹੀਂ ਹੈਗਾ ਭਾਈ। ਕੋਈ ਹਿਰਦੇ ਦੇ ਵਿੱਚ ਜਿਹੜਾ ਹੈਗਾ ਇਹਨੂੰ ਵਸਾਉਂਦਾ ਹੀ ਨਹੀਂ ਹੈ, ਇਹ ਗੱਲ ਨੂੰ ਸਮਝਦਾ ਹੀ ਨਹੀਂ ਹੈ, ਇਸ ਤੇ ਯਕੀਨ ਹੀ ਨਹੀਂ ਕਰਦਾ। ਉਹ ਤਾਂ ਜਿਹੜੇ ਦੋਨੋਂ ਜੋ ਪਦਾਰਥ, ਜੋ ਆਕਾਰ, ਜੋ ਸਵਾਦ ਪਿਆ ਹੈ ਉਸੇ ਨੂੰ ਪ੍ਰੀਫਰੈਂਸ ਦਿੰਦੇ ਆ। ਸਤਿਗੁਰ ਮਿਲਾ, ਇੱਥੇ ਮਿਲੀਏ ਨਹੀਂ ਲਿਖਿਆ, ਸਤਿਗੁਰ ਮਿਲੀਏ ਲਿਖਿਆ ਹੋਏਗਾ ਤੇ ਸਤਿਗੁਰੂ ਨੂੰ ਮਿਲੋ। ਇੱਥੇ ਲੱਲੇ ਦੀ ਸਿਹਾਰੀ ਹੈਗੀ। ਕਹਿੰਦੇ ਜਿਹੜੇ ਵੀ ਸਤਿਗੁਰੂ ਨੂੰ ਮਿਲਦੇ ਆ, ਜਿਹੜੇ ਬ੍ਰਹਮ ਗਿਆਨੀਆਂ ਦੇ ਉੱਤੇ, ਬ੍ਰਹਮ ਗਿਆਨ ਦੇ ਉੱਤੇ ਇਤਬਾਰ ਲਿਆਉਂਦੇ ਆ, ਹਿਰਦੇ 'ਚ ਵਸਾਉਂਦੇ ਆ, ਉਹਨਾਂ ਨੂੰ ਸੱਚ ਮੈਂ ਦੇ ਦਿੰਦਾ ਹੈ। ਉਹਨਾਂ ਨੂੰ ਮੈਂ ਸੱਚ ਦੇ ਦਿੰਦਾ ਹੈ, ਕਿਉਂਕਿ ਉਹ ਕਹਿੰਦੇ ਆ ਸੱਚ ਚਾਹੀਦਾ ਸਾਨੂੰ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨ ਹੀ ਸੱਚ ਕਮਾਇਆ। ਉਹ ਜਿਨ੍ਹਾਂ ਨੂੰ ਦਿੱਤਾ ਫਿਰ ਉਹ ਕਮਾਈ ਕਰਦੇ ਆ, ਉਸ ਦੀ ਸੱਚ ਦੀ ਕਮਾਈ ਕਰਦੇ ਆ। ਫਿਰ ਉਹ ਝੂਠ ਜਿਹੜਾ ਹੈਗਾ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਸੱਚੇ ਦਾ ਵਾਸ ਔਰ ਸੱਚੇ ਦੀ ਕੋਠੜੀ। ਆ ਪਤਾ ਲੱਗ ਜਾਂਦਾ ਹੈ ਵੀ ਮਾਲਕ ਨੇ ਤਾਂ ਸੱਚੋ ਸੱਚ ਵਰਤਾਇਆ। ਇਹ ਤਾਂ ਕੋਈ ਵੀ ਚੀਜ਼ ਜਿਹੜੀ ਹੈਗੀ ਕੁਛ ਹੈ ਹੀ ਨਹੀਂ ਹੈ ਮਾਲਕ ਤੋਂ ਇਲਾਵਾ। ਉਸ ਤੋਂ ਇਲਾਵਾ ਕੋਈ ਚੀਜ਼ ਨਹੀਂ ਹੈ, ਉਹਦੇ ਵਿੱਚੋਂ ਹੀ ਹੈਗੀ, ਉਹਦੇ ਵਿੱਚ ਹੀ ਹੈਗੀ ਸਾਰਾ ਕੁਛ। ਆ ਸੱਚ ਵਰਤਾਇਆ ਮਾਲਕ ਨੇ, ਆਪਣੇ ਵਿੱਚੋਂ ਸੱਚ ਵਰਤਾਇਆ ਮਾਲਕ ਪਰਮਾਤਮਾ ਨੇ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇਹ ਤਿਸ ਮਿਲੇ ਸੱਚ, ਤਾਂ ਤਿੰਨ ਹੀ ਸੱਚ ਕਮਾਇਆ। ਸਤਿਗੁਰ ਮਿਲੇ ਸੱਚ ਪਾਇਆ। ਹੋਰ ਕੋਈ ਤਰੀਕਾ ਨਹੀਂ ਹੈ ਭਾਈ, ਪਤਾ ਹੀ ਨਹੀਂ ਲੱਗਦਾ। ਸਤਿਗੁਰੂ ਨੇ ਈਮਾਨ ਲਿਆ ਕੇ ਦੇਣਾ ਹੈ। ਸਤਿਗੁਰੂ ਨੇ ਕਹਿਣਾ ਹੈ ਕਿ ਭਾਈ
ਆ ਝੂਠ ਹੈਗਾ, ਆ ਸਵਾਦ ਚੋਗਾ ਜੋ ਕੁਛ ਹੈ ਤੇਰਾ ਸਰੀਰ ਇਹ ਝੂਠ ਹੈਗਾ, ਇਹਦੇ ਪਿੱਛੇ ਸੱਚ ਹੈਗਾ, ਤੇਰੀ ਆਤਮਾ ਸੱਚ ਹੈਗੀ ਪਿਆਰਿਆ, ਇਹਦੇ ਪਿੱਛੇ ਸੱਚ ਹੈਗਾ। ਉਹ ਸੱਚ ਦੇ ਨਾਲ ਜੁੜ, ਪਰਮਾਤਮਾ ਸੱਚ ਹੈਗਾ, ਆਤਮਾ ਸੱਚ ਹੈਗੀ। ਸਾਰੇ ਜੀਵਾਂ ਦੇ ਵਿੱਚ ਜਿਹੜਾ ਹੈਗਾ ਅੰਦਰ ਜਿਹੜੀ ਹੈਗੀ ਆ ਉਹ ਜਦ ਕਠਪੁਤਲੀ ਕਿਵੇਂ ਚੱਲ ਰਹੀ ਆ ਉਹ ਚੀਜ਼ ਸੱਚ ਹੈਗੀ ਆ। ਸਤਿਗੁਰ ਮਿਲੈ ਸੱਚ ਪਾਇਆ, ਜਿਨ੍ਹਾਂ ਕੇ ਹਿਰਦੈ ਸੱਚ ਵਸਾਇਆ। ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਭਾਈ, ਉਹ ਫਿਰ ਹਿਰਦੇ 'ਚ ਵਸਣਾ। ਆਪਣੇ ਹਿਰਦੇ ਕੀ ਵਸਿਆ? ਆਪਣੇ ਹਿਰਦੇ ਕੱਚ ਵਸਿਆ ਹੈ, ਆਪਣੇ ਹਿਰਦੇ ਸਵਾਦ ਵਸੇ ਹੋਏ, ਆਪਣੇ ਹਿਰਦੇ ਆਕਾਰ ਵਸਿਆ ਹੋਇਆ, ਆਪਣੇ ਹਿਰਦੇ ਮਾਇਆ ਵਸੀ ਹੋਈ ਹੈ। ਛਲ ਆਪਣੇ ਆਪਾਂ ਸੱਚ ਨੂੰ ਨਹੀਂ ਵਸਾ ਰਹੇ ਆਪਣੇ ਹਿਰਦੇ, ਆਪਣੀ ਆਤਮਾ ਵੱਲ ਨੂੰ। ਆਤਮਾ ਦਾ ਕੋਈ ਇੱਛਾ ਹੀ ਨਹੀਂ ਹੈ ਆਪਣੇ ਆਪ ਨੂੰ ਦੇਖਣ ਦੀ, ਮੈਂ ਕੌਣ ਹੈਗਾ। ਸਤਿਗੁਰ ਮਿਲੈ ਸੱਚ ਪਾਇਆ, ਜਿਨ੍ਹਾਂ ਕੇ ਹਿਰਦੈ ਸੱਚ ਵਸਾਇਆ। ਅੱਗੇ ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਕਹਿੰਦੇ ਮੂਰਖ ਬੰਦਾ ਹੈ ਜਿਹੜਾ ਸੱਚ ਨਹੀਂ ਜਾਣਦਾ। ਜਿੰਨੇ ਵੀ ਬੰਦੇ ਜਿਹੜੇ ਮੂਰਖ, ਇੱਥੇ ਖੱਖੇ ਨੂੰ ਔਂਕੜ ਨਹੀਂ ਹੈ, ਕਹਿੰਦੇ ਮੈਜੋਰਟੀ ਹੈ, ਨਹੀਂ ਜਾਣਦੀ ਸੱਚ ਨੂੰ, ਨਹੀਂ ਸਮਝਦੀ ਸੱਚ ਨੂੰ, ਨਹੀਂ ਮੰਨਦੀ ਸੱਚ ਨੂੰ। ਫਿਰ ਕੀ ਕਰਦੇ ਆ? ਮਨਮੁਖੀ ਜਨਮ ਗਵਾਇਆ। ਮਨ ਦੇ ਪਿੱਛੇ ਚੱਲ ਕੇ, ਸਵਾਦਾਂ ਦੇ ਵਿੱਚ, ਆਕਾਰ ਦੇ ਵਿੱਚ, ਸਰੀਰ ਦੇ ਵਾਸਤੇ ਜਿਹੜਾ ਹੈਗਾ ਜੀਵਨ ਪੂਰਾ ਦਾ ਪੂਰਾ ਯੂਜ਼ ਕਰਕੇ ਆਪਣਾ ਇਹ ਮਨੁੱਖੀ ਜੂਨ ਗਵਾ ਲੈਂਦੇ ਆ। ਵਿੱਚ ਦੁਨੀਆ ਕਾਹੇ ਆਇਆ। ਕਹਿੰਦੇ ਭਾਈ ਫਿਰ ਦੱਸ ਮੈਨੂੰ, ਆਹ ਸਰੀਰ ਗਵਾ ਕੇ ਕੁਛ ਕੀਤਾ ਹੀ ਨਹੀਂ, ਤੂੰ ਦੁਨੀਆ ਦੇ ਵਿੱਚ ਤੂੰ ਕਿਉਂ ਆਇਆ ਸੀ? ਮੈਨੂੰ ਇਹ ਤਾਂ ਦੱਸ ਦੇ ਯਾਰ, ਤੂੰ ਦੁਨੀਆ ਦੇ ਵਿੱਚ ਕਾਹਦੇ ਵਾਸਤੇ ਆਇਆ ਸੀ? ਇਹ ਤਾਂ ਦੱਸ ਨਾ। ਇੱਥੇ 70 80 90 100 ਸਾਲ ਯੂਜ਼ ਕੀਤੇ ਆ ਪਿਆਰਿਆ। 100 ਸਾਲ ਦੇ ਵਿੱਚ ਕਿਉਂ ਆਇਆ ਸੀ ਦੁਨੀਆ ਦੇ ਵਿੱਚ? ਤੂੰ ਦੱਸ ਤਾਂ ਸਹੀ ਕਿਉਂ ਆਇਆ ਸੀ? ਵਿੱਚ ਦੁਨੀਆ ਕਾਹੇ ਆਇਆ, ਕਿਉਂ ਆਇਆ? ਦੱਸ ਨਾ, ਹੁਣ ਦੱਸ ਦੇ। ਹੁਣ ਇੰਨੀ ਉਮਰ ਤੇਰੀ ਗੁਜ਼ਰ ਗਈ ਆ, ਹੁਣ ਦੱਸ ਦੇ ਵੀ ਹਾਲੇ ਤੱਕ ਤੂੰ ਦੁਨੀਆ ਦੇ ਵਿੱਚ ਕਿਉਂ ਆਇਆ ਹੈ? ਹੁਣ ਦੱਸ ਦੇ ਭਾਈ, ਹੁਣ ਦੱਸ ਦੇ। ਹਾਂਜੀ ਸੁਖਵਿੰਦਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਇਹੀ ਕਹਿ ਰਹੇ ਕਿ ਤੈਨੂੰ ਪਹਿਲਾਂ ਤਾਂ ਤੈਨੂੰ ਇਹ ਅਹਿਸਾਸ ਹੋਵੇ ਵੀ ਤੂੰ ਕਰਨ ਕੀ ਆਇਆ ਇੱਥੇ। ਤੈਨੂੰ ਇਹ ਅਹਿਸਾਸ ਤਾਂ ਹੋਊਗਾ ਜੇ ਤੂੰ ਤੇਰੇ ਹਿਰਦੇ ਦੇ ਵਿੱਚ ਉਹ ਵਸੂਗਾ। ਉਹ ਹਿਰਦੇ 'ਚ ਵਸਣ ਵਾਸਤੇ ਕੁਝ ਕਰਨਾ ਪਊਗਾ, ਕਿਉਂਕਿ ਉਹ ਸਤਿਗੁਰ ਤਾਂ ਸਭ ਜਗ੍ਹਾ, ਕੋਈ ਐਸੀ ਜਗ੍ਹਾ ਹੈ ਜਿੱਥੇ ਉਹ ਨਹੀਂ ਮੌਜੂਦ। ਉਹ ਕਹਿ ਰਹੇ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸ਼ੀ ਪੁਰਖ ਹੈ ਸਭ ਮੇ ਰਿਹਾ ਸਮਾਏ। ਕੋਈ ਜਗ੍ਹਾ ਹੀ ਨਹੀਂ ਐਸੀ ਜਿੱਥੇ ਨਹੀਂ ਹੈ ਉਹ। ਤੇ ਉਹ ਕਰਨਾ ਕੀ ਹੈ? ਲੱਭਣ, ਬਸ। ਹੋਰ ਕੀ ਹੈ? ਖੇਡ ਹੈ ਉਹ, ਬਿੱਲੀ ਜੂਏ ਦੀ ਖੇਡ ਹੈ, ਲੱਭ ਲੈ। ਹਾਂ, ਕਿਉਂਕਿ ਤੇਰੇ 'ਚ ਹਿੰਮਤ ਹੈ। ਹਿੰਮਤ ਮੀਨਸ ਤੂੰ ਸਰੈਂਡਰ ਕਰ, ਆਪਣਾ ਤਿਆਗ, ਹਉਮੈ ਛੱਡ, ਬੈਠ ਉੱਥੇ ਸੁਣ ਦੇ ਵਿੱਚ, ਤੇ ਉੱਥੇ ਤੈਨੂੰ ਹੋਏਗਾ ਕਿ ਸਤਿਗੁਰ ਮਿਲਿਆ ਸੱਚ ਪਾਏ, ਜਿਨਕੇ ਹਿਰਦੇ ਸੱਚ ਵਸਾਇਆ। ਜਿਸ ਤੂੰ ਦੇ ਤਿਸੇ ਮਿਲੇ ਸੱਚ, ਫਿਰ ਉਹ ਦਿਸਦਾ। ਸੱਚ ਤਾਂ ਸਭ ਜਗ੍ਹਾ। ਸੁਖਵਿੰਦਰ ਜੀ, ਇਹਦਾ ਐਕਚੁਅਲੀ ਕੀ ਆ ਕਿ ਮਾਲਕ ਪਰਮਾਤਮਾ ਨੇ ਇਨਸਾਨ ਦੇ ਜਾਮੇ 'ਚ ਜਿਹਨੂੰ ਵੀ ਪੈਦਾ ਕੀਤਾ ਆ, ਉਹਨੂੰ ਲਾਜ਼ਮੀ ਤੌਰ ਦੇ ਉੱਤੇ ਜੀਵਨ ਦੇ ਵਿੱਚ ਬ੍ਰਹਮ ਗਿਆਨ ਜਿਹੜਾ ਹੈਗਾ ਉਹਦੇ ਸਾਹਮਣੇ ਆਊਗਾ। ਹਾਂ, ਉਹਦੀ ਮਰਜ਼ੀ ਹੈ, ਉਹਨੂੰ ਲੈ ਲੈ। ਉਹਦੀ ਮਰਜ਼ੀ ਆ ਵੀ ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਉਹਦੀ ਮਰਜ਼ੀ ਆ, ਗਵਾ ਲੈ, ਉਹਨੇ ਗਵਾ ਲੈਣਾ। ਹਾਂ, ਅਦਰਵਾਈਜ਼ ਜੇ ਤੂੰ ਸੱਚ ਨੂੰ ਜਾਣਿਆ ਨਹੀਂ, ਮੂਰਖ, ਫਿਰ ਤਾਂ ਆਪੇ ਮੂਰਖ ਹਾਂ ਜੀ ਆਪਾਂ ਸਾਰੇ। ਜੇ ਅਸੀਂ ਇੰਨਾ ਕੁਝ ਦੇਖਦੇ ਹੋਏ, ਇੰਨਾ ਗਿਆਨ ਹੁੰਦੇ ਹੋਏ, ਫਿਰ ਵੀ ਅਸੀਂ ਅਣਜਾਣ ਬਣੇ ਰਹੀਏ। ਦੇਖੋ ਜਿਨ੍ਹਾਂ ਨੇ ਕਰ ਲਿਆ, ਯਾਤਰਾ ਕਰ ਲਈ, ਉਹ ਵਾਰ-ਵਾਰ ਰੌਲਾ ਪਾ ਰਹੇ ਨੇ, ਗ੍ਰੰਥਾਂ 'ਚ ਲਿਖ ਜਾ ਰਹੇ ਨੇ ਕਿ ਵੀ ਸਾਨੂੰ, ਅਸੀਂ ਉਹਨਾਂ ਨੂੰ ਹੀ ਫੜ ਕੇ ਬੈਠ ਗਏ। ਉਹਨਾਂ ਨੇ ਤਾਂ ਸਾਨੂੰ ਤਰੀਕਾ ਦੱਸਿਆ ਸੀ ਵੀ ਆਹ ਵਿਧੀ ਹੈ ਬਈ, ਅਸੀਂ ਫਸ ਗਏ। ਫਿਰ ਕਰਮਕਾਂਡ ਫੜ ਲਏ। ਉਹਨਾਂ ਨੇ ਜੋ ਕਿਹਾ ਉਹਨੂੰ ਕਰਨਾ ਸਿੱਖੀਏ। ਉਹ ਜੋ ਵਾਰ-ਵਾਰ ਰੌਲਾ ਪਾ ਰਹੇ ਨੇ ਉਹਨੂੰ ਕਰੀਏ, ਤੇ ਅਸੀਂ ਵੀ ਸਾਰੇ ਇਸ ਚੋਂ, ਜੰਜਾਲ ਚੋਂ, ਇਸ ਦੁਨੀਆ 'ਚ, ਫਿਰ ਸਾਨੂੰ ਵੀ ਨਾ ਇਸ ਤਰ੍ਹਾਂ ਦਾ ਪੁੱਛ ਪ੍ਰਤੀਤ ਹੋਊ ਨਾ ਕਿ ਨਹੀਂ ਤਾਂ ਫਿਰ ਵੀ ਤੂੰ ਕੀ ਕਰਨ ਆਇਆ ਸੀ ਦੁਨੀਆ 'ਚ ਬਈ? ਤੂੰ ਆਪਣਾ ਜਨਮ ਗਵਾ ਕੇ ਆ ਗਿਆ, ਤੈਨੂੰ ਭੇਜਿਆ ਕਾਹਦੇ ਲਈ ਸੀ? ਤੈਨੂੰ ਮਿਲੇ ਨਹੀਂ ਸੀ ਬ੍ਰਹਮ ਗਿਆਨੀ, ਜਾਂ ਤੈਨੂੰ ਗਿਆਨ ਨਹੀਂ ਸੀ ਪ੍ਰਾਪਤ ਹੋਇਆ? ਤੈਨੂੰ ਕਿਹੜਾ ਐਕਸਕਿਊਜ਼ ਹੈ ਹੁਣ ਤੇਰੇ ਕੋਲ? ਕੋਈ ਐਕਸਕਿਊਜ਼ ਨਹੀਂ। ਬਸ ਉਹ ਮਾਲਕ ਕਹਿੰਦੇ ਵੀ ਤੁਸੀਂ, ਅਦਰਵਾਈਜ਼ ਤਾਂ ਤੁਹਾਡਾ ਜਨਮ ਗਵਾਚ ਜਾਊਗਾ। ਫਿਰ ਤੈਨੂੰ ਤੇਰਾ ਪਰਪਸ ਜਿਹੜਾ ਸੀ ਉਹ ਗਵਾਚ ਜਾਣਾ। ਫਿਰ ਜਨਮ ਜਿਹੜਾ ਉਹ ਮੈਲ ਹੋਰ ਵਧਾ ਕੇ ਫਿਰ ਉਹ ਲੱਗੇ ਜਾਓ। ਫਿਰ ਪਤਾ ਨਹੀਂ ਕਦੋਂ ਤੱਕ ਛੁਟਕਾਰਾ ਹੋਣਾ। ਤੇ ਅਗਲੀ ਪੌੜੀ ਲਈਏ। ਸ਼ਲੋਕ ਮਹਲਾ ਪਹਿਲਾ। ਪੜ ਗੱਡੀ ਲੱਦੀਆਂ
ਪੜ ਪੜ ਭਰੀਏ ਸਾਥ। ਕਹਿੰਦੇ ਤੂੰ ਕਰ ਕੀ ਰਿਹਾ ਆ? ਜੇ ਤੂੰ ਮੰਨ ਲਓ ਤੂੰ ਗਿਆਨ ਲੈ ਰਿਹਾ ਆ, ਗਿਆਨ ਹੀ ਪੜ੍ਹੀ ਜਾ ਰਿਹਾ, ਗਿਆਨ ਲਈ ਜਾਣੇ, ਮੰਨ ਲਓ ਤੈਨੂੰ ਗਿਆਨ ਵੀ ਆ ਗਿਆ ਤੇ ਗਿਆਨ ਲੈ ਕੇ ਤੂੰ ਕਰ ਕੀ ਰਿਹਾ? ਪਹਿਲਾਂ ਜਿਹੜੇ ਸੀਗੇ, ਜਿਹੜੇ ਹੁੰਦੇ ਸੀਗੇ ਪੂਰੇ ਗਿਆਨੀ, ਜਿਹੜੇ ਜਿਨ੍ਹਾਂ ਨੂੰ ਕਹਿ ਲਓ ਸਕਾਲਰ ਜਿਹੜੇ ਹੁੰਦੇ ਸੀਗੇ, ਉਹ ਜਿਹੜੇ ਹੈਗੇ ਇੰਨੇ ਗ੍ਰੰਥ ਪੜ੍ਹਦੇ ਸੀਗੇ, ਗੱਡੇ ਦੇ ਉੱਤੇ ਜਿਹੜੇ ਲੱਦ ਕੇ ਜਾਂਦੇ ਸੀਗੇ, ਜਿੱਥੇ ਚਰਚਾ ਗੋਸ਼ਟੀ ਹੁੰਦੀ ਸੀਗੀ ਤੇ ਕੰਪੀਟੀਸ਼ਨ ਹੁੰਦਾ ਸੀਗਾ, ਉੱਥੇ ਜਿਹੜਾ ਹੈਗਾ ਅਗਲੇ ਨੂੰ ਹਰਾ ਕੇ ਉਹਦੇ ਗ੍ਰੰਥ ਸਾਰੇ ਲੈ ਆਉਂਦੇ ਸੀਗੇ। ਤੇ ਉਹ ਗ੍ਰੰਥ ਜਿਹੜੇ ਹੈਗੇ, ਜਿਹੜੇ ਨਾਲ ਉਹਨਾਂ ਦੇ ਚੇਲੇ ਚਪਾਟੇ ਹੁੰਦੇ ਸੀ, ਉਹਨਾਂ ਨੂੰ ਵੀ ਚਕਾਇਆ ਹੁੰਦਾ ਸੀਗਾ ਬਈ, ਜਿਹੜੇ ਨਹੀਂ ਤਾਂ ਜਿੱਥੋਂ ਦੀ ਜਿਹੜਾ ਹੈਗਾ ਗੱਡਾ ਨਹੀਂ ਜਾਂਦਾ, ਉੱਥੇ ਜਿਹੜਾ ਹੈਗਾ ਕੋਈ ਘੋੜਿਆਂ ਦੇ ਉੱਤੇ ਲੱਦ ਲਓ, ਖੱਚਰਾਂ ਤੇ ਲੱਦ ਲਓ, ਊਂਠਾਂ ਤੇ ਲੱਦ ਲਓ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਤ। ਕਹਿੰਦੇ ਤੂੰ ਤਾਂ ਪੜ ਪੜ ਕੇ ਜਿਹੜਾ ਹੈਗਾ, ਪੜ ਕੇ ਆਪਣੇ ਬੇੜੀਆਂ ਪਾਈ ਜਾ ਰਿਹਾ। ਇਹ ਤੇਰੇ ਗਿਆਨ ਦੀਆਂ ਹੀ ਬੇੜੀਆਂ ਪਾਈ ਜਾ ਰਹੀਆਂ ਆ। ਇਹ ਗਿਆਨ ਦੇ ਨਾਲ ਜਿਹੜਾ ਹੈਗਾ ਤੂੰ ਕੜੀ ਜਾ ਰਿਹਾ ਆ ਭਾਈ। ਲਿਖ ਪੜਿਆ ਤੇ ਤਾਂ ਕੜਿਆ। ਕਹਿੰਦੇ ਤਾਂ ਕੜੀ ਜਾ ਰਿਹਾ, ਤੂੰ ਬੇੜੀ ਪਾਈ ਜਾ ਰਿਹਾ ਆਪਣੇ। ਪੜ ਪੜ ਗੱਡੀਆਂ ਖਾਤ, ਗਹਿਰੇ ਟੋਏ ਦੇ ਵਿੱਚ ਜਿਹੜਾ ਹੈਗਾ ਤੂੰ ਹੋਰ ਜ਼ਿਆਦਾ ਜਿਹੜਾ ਹੈਗਾ ਮਾਇਆ ਦੇ ਵਿੱਚ ਜਿਹੜਾ ਹੈਗਾ, ਹੋਰ ਇਹ ਬੰਧਨਾਂ ਦੇ ਵਿੱਚ ਬੰਨਿਆ ਜਾ ਰਿਹਾ ਹੈ। ਪੜ੍ਹੀਏ ਜੇਤੇ ਬਰਸ ਪੜ੍ਹੀਏ ਜੇਤੇ ਮਾਸ। ਕਹਿੰਦੇ ਜਿੰਨੇ ਮਰਜ਼ੀ ਸਾਲਾਂ ਬੱਧੀ ਪੜ੍ਹ ਲਾ, ਤੂੰ ਸਾਲ ਮਹੀਨਿਆਂ ਬੱਧੀ ਪੜ੍ਹ ਲਾ। ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਕਹਿੰਦੇ ਜਿੰਨਾ ਮਰਜ਼ੀ ਜਿੰਨੀ ਤੇਰੀ ਉਮਰ ਹੈ ਸਾਰਾ ਪੜ੍ਹੀ ਜਾ। ਜਿੰਨੇ ਤੇਰੇ ਸਵਾਸ ਹੈਗੇ ਸਾਰੇ ਲਗਾ ਦੇ ਗਿਆਨ ਨੂੰ ਪੜ੍ਹਨ ਦੇ ਵਿੱਚ, ਖਾਲੀ ਗਿਆਨ ਲੈਣ ਦੇ ਵਿੱਚ। ਕਹਿੰਦੇ ਇਹਦੇ ਨਾਲ ਕੀ ਹੋਣਾ ਹੈ ਭਾਈ? ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਕਹਿੰਦੇ ਲੇਖੇ ਚ ਆਉਣੀ ਆ ਤੇ ਉਹ ਗੱਲ ਹੈਗੀ ਬਈ ਮੈਂ ਛੁੱਟਣਾ ਕਿਵੇਂ ਹੈ? ਮੈਂ ਸੰਸਾਰ ਦੇ ਵਿੱਚ, ਤੈਨੂੰ ਪਤਾ ਲੱਗੇ ਤੂੰ ਕੈਦ ਦੇ ਵਿੱਚ ਹੈ, ਜੂਨਾਂ ਦੇ ਵਿੱਚ, ਜਨਮ ਮਰਨ ਦੀ ਕੈਦ ਦੇ ਵਿੱਚ ਹੈ। ਮਨੁੱਖਾ ਜੂਨ ਮਿਲੀ ਹੈ, ਸਿਖਰਲੇ ਡੰਡੇ ਦੇ ਉੱਤੇ ਹੈਗਾ ਆ। ਇਸ ਤੋਂ ਅੱਗੇ ਪਰਮਾਤਮਾ ਹੈਗਾ, ਇਸ ਤੋਂ ਥੱਲੇ 84 ਲੱਖ ਜੂਨਾਂ ਪਈਆਂ। ਇਸ ਚੋਂ ਨਿਕਲਣ ਦਾ ਜਿਹੜਾ ਰਸਤਾ ਹੈ, ਜੇ ਤੂੰ ਇਹਨੂੰ ਪੜ੍ਹ ਲੇਗਾ, ਜੇ ਆਹ ਗੱਲ ਪੜ੍ਹ ਲੇਗਾ ਤਾਂ ਜਿਹੜੀ ਲੇਖੇ ਵਾਲੀ ਗੱਲ ਆ। ਨਹੀਂ ਤਾਂ ਭਾਈ ਬਾਕੀ ਸਾਰਾ ਤੂੰ ਝੱਖ ਮਾਰੀ ਆ ਪਿਆਰਿਆ, ਝੱਖ ਮਾਰੀ ਆ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਉਹੀ ਜੋ ਉਹ ਮੈਂ ਇਹ ਤਾਂ ਇਹਨਾਂ ਪੜ੍ਹਨ ਦੀ ਗੱਲ ਹੈ, ਮੈਨੂੰ ਬੈਠੇ ਦਿਮਾਗ ਚ ਆ ਰਿਹਾ ਸੀ। ਉਹ ਦੇਖੋ ਵਕੀਲ ਹੁੰਦੇ ਆ ਨਾ ਜੀ। ਤੁਹਾਡੀ ਆਵਾਜ਼ ਫਿਰ ਕੱਟ ਗਈ ਹੈ ਸੁਖਵਿੰਦਰ ਜੀ, ਤੁਹਾਡੀ ਆਵਾਜ਼। ਉਹ ਕਹਿੰਦਾ ਜੀ ਬਹੁਤ ਵੱਡਾ ਵਕੀਲ ਹੈ ਜੀ, ਦੇਖੋ ਜੀ ਕਿੰਨੇ ਨੇ ਬਣਾਏ ਰੱਖੇ ਨੇ ਜੀ, ਇਹਦੇ ਸਾਰੀਆਂ ਜੱਜਮੈਂਟਾਂ, ਸਾਰੇ ਲਾਅ ਰੱਖੇ ਨੇ। ਤੇ ਪੜ੍ਹਦਾ ਕਿੱਥੇ ਆ ਉਹ ਪਏ ਸ਼ੋਅ ਕਰਨ ਨੂੰ ਹੈ ਬਸ। ਹਾਂ, ਉਹ ਸ਼ੋਅ ਕਰਨ ਵਾਸਤੇ ਹੈ, ਲੋਕਾਂ ਨੂੰ ਦਿਖਾਉਣ ਵਾਸਤੇ ਹੈ ਵੀ ਬੜਾ ਗਿਆਨੀ ਹੈ ਜੀ ਇਹ, ਬੜਾ ਤਗੜਾ ਵਕੀਲ ਹੈ ਇਹ। ਉਸੇ ਤਰ੍ਹਾਂ ਹੀ ਉਹ ਜੇ ਅਧਿਆਤਮ ਵਾਲੇ ਪਾਸੇ ਆ ਜਾਈਏ ਤੇ ਉਹ ਜਿੰਨਾ ਮਰਜ਼ੀ ਪੜ੍ਹੀ ਜਾਓ, ਅਲਟੀਮੇਟਲੀ ਤਾਂ ਉਹ ਅਸੀਂ ਬੰਧਨਾਂ 'ਚ ਪੈ ਰਹੇ ਹਾਂ। ਉਹ ਇਕੱਠਾ ਕਰ ਲਿਆ, ਉਹਨੂੰ ਕਮਾਇਆ ਤਾਂ ਕਿਤੇ ਹੈ ਨਹੀਂ, ਉਹਨੂੰ ਯੂਜ਼ ਤਾਂ ਕਿਤੇ ਕੀਤਾ ਨਹੀਂ, ਪ੍ਰੈਕਟੀਕਲ ਤਾਂ ਕੀਤਾ ਨਹੀਂ। ਤੇ ਉਹ ਫਿਰ ਉਹਦੇ ਨਾਲ ਕੀ ਹੋਣਾ? ਜਿੰਨਾ ਮਰਜ਼ੀ ਭਾਵੇਂ ਸਾਲਾਂ ਬਾਅਦ ਪੜ੍ਹੀ ਜਾ ਉਹਨੂੰ, ਜਾਂ ਉਹਨਾਂ ਨੂੰ ਸਾਰੀ ਉਮਰ ਹੀ ਲਾ ਦੇ ਤੂੰ ਭਾਵੇਂ। ਤੇ ਅਲਟੀਮੇਟਲੀ ਪ੍ਰਵਾਨ ਤਾਂ ਇੱਕੋ ਹੀ ਗੱਲ ਹੈ, ਇੱਕੋ ਹੀ ਗੱਲ ਪ੍ਰਵਾਨ ਹੈ। ਅਦਰਵਾਈਜ਼ ਬਾਕੀ ਤਾਂ ਝੱਕ ਮਾਰਨ ਵਾਲੀ ਗੱਲ, ਮਾਰ ਕੇ ਝੱਕ ਚਲੇ ਜਾਂਦੇ ਬਸ। ਇੱਕੋ ਹੀ ਮਤਲਬ ਜਿਹੜਾ ਲੇਖੇ ਚ ਹੈ ਜਾਂ ਪ੍ਰਵਾਨ ਹੈ, ਉਹ ਪ੍ਰਮਾਤਮਾ ਦੇ ਦਰ ਤੇ ਕਿ ਵੀ ਤੂੰ ਬੰਦਗੀ ਇਖਤਿਆਰ, ਬੰਦੇ ਦਿਲ ਖੋਜ, ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਨ ਜੀ। ਔਰ ਐਕਚੁਅਲੀ ਜਿਹੜਾ ਹੈਗਾ ਨਾ, ਇਹ ਨਾਨਕ ਲੇਖੇ ਇੱਕ ਗੱਲ ਜਿਹੜੀ ਹੈਗੀ ਉਹ ਹੈਗੀ ਭਾਈ ਬਈ ਮੈਂ ਜਿਹੜਾ ਹੈਗਾ ਆਪਣੇ ਆਪ ਨੂੰ ਦੇਖਣਾ ਹੈ, ਮੈਂ ਕੌਣ ਹੈਗਾ ਆ, ਆਪਣੇ ਆਪ ਨੂੰ ਬੁੱਝਣਾ ਹੈਗਾ। ਆਪਾਂ ਤਾਂ ਸਰੀਰ ਨਹੀਂ ਹੈ, ਆਪਾਂ ਤਾਂ ਸਰੀਰ ਨਹੀਂ ਹੈਗੇ ਭਾਈ। ਦੇਖ ਲਓ ਆਦਮੀ ਹੈਗੇ, ਜੇ ਔਰਤ ਹੁੰਦੇ ਤੇ ਕੋਈ ਆਪਣਾ ਹੋਰ ਵੱਖਰਾ ਜਿਹੜਾ ਸੀ ਉਹ ਹੋਣਾ ਸੀਗਾ ਆਪਣੇ ਅੰਦਰ ਜਿਹੜਾ ਹੈਗਾ। ਆਤਮਾ ਤਾਂ ਉਹੀ ਹੈ, ਉਹੀ ਜੀਵ ਤਾਂ ਉਹੀ ਹੈਗਾ। ਬਲਵਿੰਦਰ ਕੌਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਵੀਰ ਜੀ, ਮੈਂ ਤਾਂ ਸੌਰੀ ਸੰਗਤ ਜੀ, ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਨੂੰ ਵੀ 3 ਸਾਲ ਹੋ ਗਏ, ਆਪਾਂ ਰੋਜ਼ 1 ਘੰਟਾ ਦੁਪਹਿਰ ਦਾ ਹੁੰਦਾ, 1 ਘੰਟਾ ਆਪਣਾ ਹੋਣ ਦਾ, ਹਨਾ। ਤੇ ਇਹ ਵੀ ਆਪਾਂ ਵੀ ਸਮਝ ਲਓ ਇਹੀ ਗਿਆਨ ਇਕੱਠਾ ਕਰ ਰਹੇ ਹਾਂ। ਬੈਠ ਤਾਂ ਆਪਾਂ ਵੀ ਜਦੋਂ ਰੋਜ਼ ਬੈਠੀਏ ਤਾਂ ਪ੍ਰੈਕਟੀਕਲ ਹੋਵੇ, ਤੇ ਜੋ ਮਾਲਕ ਕਹਿ ਰਿਹਾ ਤੇ ਉਹ ਤਾਂ ਆਪਾਂ ਨੂੰ ਹੁਣ ਦੂਸਰੀ ਤੀਸਰੀ ਵਾਰ ਆਪਣਾ ਸ਼ੁਰੂ ਹੋ ਗਿਆ। ਗੁਰੂ ਮਹਾਰਾਜ ਨੇ ਆਪਾਂ ਨੂੰ ਦੇਖੋ
ਸ਼ੁਰੂ ਕਰਤਾ। ਤੇ ਉਹ ਇਹੀ ਚੀਜ਼ ਮਹਾਰਾਜ ਨੇ ਦੱਸੀ ਹੈ ਵੀ ਤੁਸੀਂ ਰੋਜ਼, ਚਲੋ ਆਪਾਂ ਹੁਣ ਰੋਜ਼ ਇੰਨੇ ਆਪਾਂ ਜਦੋਂ ਪੜ੍ਹਦੇ ਆ ਕੁਛ ਨਾ ਕੁਛ ਇੱਕ ਦਿਨ ਰੋਜ਼ ਇੱਕ ਚੰਗੀ ਗੱਲ ਆਪਾਂ ਨੂੰ ਮਿਲਦੀ ਆ, ਤੇ ਉਹਨੂੰ ਹੀ ਲੈ ਕੇ ਆਪਾਂ ਸਾਰੀ ਉਹੀ ਗਿਆਨ ਆਪਾਂ ਆਪਣੇ ਮਨ ਦੇ ਵਿੱਚ ਲੈ ਕੇ ਆਪਾਂ ਜ਼ਰੂਰ ਪ੍ਰੈਕਟੀਕਲ ਕਰੀਏ ਨਾ, ਤੇ ਬਹੁਤ ਆਪਣੇ ਆਪ ਆਟੋਮੈਟਿਕ ਹੀ ਰਸਤਾ ਖੁੱਲਦਾ। ਫਿਰ ਕਿਸੇ ਨੂੰ ਪੁੱਛਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਜਦੋਂ ਆਪਾਂ ਹੁਣ ਬਹਿਨੇ ਆ, ਦੇਖੋ ਮਹਾਰਾਜ ਇੰਨੀ ਡੂੰਘਾਈ ਦੇ ਵਿੱਚ ਦੱਸ ਰਹੇ ਨੇ, ਇੰਨੀ ਇਕਾਗਰਤਾ ਦੇ ਬਾਰੇ ਦੱਸ ਰਹੇ ਨੇ, ਸਾਰਾ ਕੁਛ। ਬਸ ਇਹਦੇ ਤੇ ਥੋੜਾ ਜਿਹਾ ਆਪਣੇ ਇੱਧਰ ਨੂੰ ਹੋ ਕੇ, ਜਿਵੇਂ ਇੱਕ ਕੋਈ ਵੀ ਪੌਦਾ ਬੀਜਦੇ ਆ, ਉਹ ਵੀ ਨਸ਼ਟ ਹੁੰਦਾ, ਨਸ਼ਟ ਹੋ ਕੇ ਫਿਰ ਆਪਣੇ ਆਪ ਨੂੰ ਆਪਣਾ ਰੂਪ ਦਿੰਦਾ ਉਹ। ਜਿਵੇਂ ਮੰਨ ਲਓ ਉਦਾਹਰਨ ਦੇ ਤੌਰ ਤੇ ਆਪਾਂ ਅੰਬ ਦਾ ਬੀਜ ਲਗਾਈਏ, ਉਹਦੀ ਗੁਠਲੀ ਲਗਾਉਂਦੇ ਆ, ਉਹ ਵੀ ਪਹਿਲਾਂ ਨਸ਼ਟ ਹੁੰਦੀ ਹੈ, ਫਿਰ ਉਹ ਕੀ ਪੌਦਾ ਬਣਦੀ ਆ, ਫਿਰ ਜਾ ਕੇ ਉਹਨੂੰ ਫਲ ਲੱਗਦੇ ਨੇ, ਫਿਰ ਆਪਾਂ ਉਹਦੀ ਜਿਉਂ ਸੇਵਾ ਕਰਦੇ ਆ ਆਪਾਂ, ਉਹੀ ਚੀਜ਼ ਆਪਾਂ ਬਣੇ ਹੋਏ ਆ। ਬਸ ਸਾਰੀ ਜਿਉਂ ਉਹਨੂੰ ਕਿਹਨੇ ਖਾਣਾ, ਕਿਵੇਂ ਖਾਣਾ, ਕੁਛ ਨੀ ਪਤਾ, ਬਸ ਇਹ ਛੱਡ ਦਈਏ ਆਪਾਂ। ਤੇ ਆਪਣੇ ਆਪ ਨੂੰ ਹਰ ਟਾਈਮ ਐਸੇ ਟਾਈਮ ਜੋ ਚੱਲ ਰਿਹਾ ਸਮਾਂ, ਬਸ ਇਹਦੇ ਵਿੱਚ ਇਕਾਗਰ ਰਹੀਏ, ਫਿਰ ਖੇਡ ਬਣਦੀ ਹੀ ਜਾਂਦੀ ਹੈ ਜੀ। ਆਟੋਮੈਟਿਕ ਹੀ ਰਸਤਾ ਖੁੱਲਦਾ ਹੀ ਜਾਂਦਾ। ਬਾਕੀ ਸੰਗਤ ਜੀ, ਮੈਨੂੰ ਬਹੁਤਾ ਤਾਂ ਗਿਆਨ ਹੈ ਨੀ ਗਾ, ਤੇ ਬਹੁਤਾ ਸਮਝਾਉਣਾ ਵੀ ਨਹੀਂ ਆਉਂਦਾ। ਜੋ ਮਾਲਕ ਕਹਿ ਰਹੇ ਨੇ, ਬਸ ਸੰਗਤ ਅੱਗੇ ਬੇਨਤੀ ਆ ਵੀ ਬਹੁਤ ਮਾਲਕ ਨੇ ਕਿਰਪਾ ਕੀਤੀ ਹੋਈ ਆ ਸੰਗਤਾਂ ਦੇ, ਆਪਣੇ ਬਹੁਤ ਚੰਗੇ ਭਾਗ ਨੇ ਸੰਗਤਾਂ ਦੇ, ਤੇ ਆਪਾਂ ਬੈਠੇ ਆ ਸੰਗਤ ਦੇ ਵਿੱਚ, ਤੇ ਬਹੁਤ ਕਿਰਪਾ ਵਰਸ ਰਹੀ ਆ। ਤੇ ਪੂਰਾ ਇਹਨੂੰ ਝੋਲੀ ਸਿੱਟ ਕੇ ਨਾ ਜਾਇਆ, ਸਿੱਟੋ ਨਾ, ਬਸ ਇਕੱਠੀ ਕਰ ਲਿਆ ਕਰੋ, ਇਕੱਠੀ ਕਰਕੇ ਸਮੇਟ ਲਿਆ ਕਰੋ। ਜਿੰਨਾ ਵੀ ਸਮਾਂ ਹੁੰਦਾ ਬਸ ਸਮੇਟ ਲਿਆ ਕਰੋ। ਬਹੁਤ ਮਾਲਕ ਦਿਆਲੂ ਆ ਆਪਣੇ ਤੇ, ਬਹੁਤ ਕਿਰਪਾ ਕਰ ਰਿਹਾ ਉਹ। ਬਸ ਸੰਗਤ ਅੱਗੇ ਇਹੀ ਬੇਨਤੀ ਆ, ਸੰਗਤ ਜੀ ਪੂਰਾ ਆਪਣੇ ਆਪ ਨੂੰ ਨਾ ਪੂਰਾ ਆਪਣਾ, ਇੱਕ ਜਿਵੇਂ ਨਾ ਇੱਕ ਮਾਲਕ ਕੋਲੇ ਕੁੱਤਾ ਫੜਿਆ ਹੁੰਦਾ, ਜਿੱਧਰ ਨੂੰ ਲੈ ਜਾਂਦਾ ਨਾ ਖਿੱਚ ਕੇ ਵੀ ਤੂੰ ਆਹ ਕਰ, ਜਿਵੇਂ ਉਹਨੂੰ ਕਹੇ ਮਾਲਕਾ ਮੈਂ ਤਾਂ ਇੱਕ ਗੱਲ ਦੇ ਵਿੱਚ ਪਟਾ ਪਾਇਆ ਹੋਇਆ, ਬਸ ਜਿੱਧਰ ਨੂੰ ਤੇਰਾ ਜੀ ਕਰਦਾ ਤੂੰ ਲੈ ਜਾ, ਆਪੇ ਚੱਲਦਾ ਸਾਰਾ ਕੁਛ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸੰਗਤ ਜੀ, ਕੁਛ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇੱਕ ਵਾਰੀ ਉਹਦੇ ਨਾਲ, ਉਹਦੇ ਚਰਨਾਂ ਦੇ ਵਿੱਚ ਜੁੜ ਕੇ ਤਾਂ ਦੇਖੋ, ਬਹੁਤ ਦਿਆਲੂ ਆ ਉਹ। ਮਾਫ ਕਰਿਓ ਸੰਗਤ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਤੇ ਇਹ ਨਾ ਗਿਆਨ ਹੈਗਾ ਜਿਹੜਾ ਨਾ, ਇਹ ਗਿਆਨ ਜਿਹੜਾ ਹੈਗਾ ਇਹ ਬਹੁਤ ਰੇਅਰ ਹੈਗਾ, ਜਿਸ ਤਰ੍ਹਾਂ ਬੀਬੀ ਕਹਿ ਰਹੀ ਆ। ਔਰ ਜਿਹੜਾ ਹੈਗਾ ਇਹ ਤਾਂ ਮਾਲਕ ਦੀ ਬਹੁਤ ਮਿਹਰ ਹੈਗੀ, ਬਹੁਤ ਮਿਹਰ ਹੈ ਵਿੱਚ ਸੰਗਤ ਹਰ ਪ੍ਰਭ ਵਰਤਦਾ, ਪੂਰਾ ਵਰਤ ਰਿਹਾ ਮਾਲਕ ਪਰਮਾਤਮਾ। ਬੁੱਝੋ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਆਪਾਂ ਨੂੰ ਆ ਰਹੀ ਹੈ ਭਾਈ। ਹੁਣ ਇਹਨੂੰ ਜਿਹੜਾ ਹੈਗਾ, ਜੋ ਇਹ ਸ਼ਬਦ ਕਹਿ ਰਿਹਾ ਹੈ ਭਾਈ, ਉਹ ਕਾਰਵਾਈ ਕਰਨੀ ਲਾਜ਼ਮੀ ਹੈਗੀ, ਔਰ ਦੋਨੋਂ ਕੰਮ ਡੇਲੀ ਕਰਨੇ ਆ। ਗਿਆਨ ਵੀ ਲੈਣਾ ਹੈ, ਔਰ ਉਹ ਸ਼ਬਦ ਜਿਹੜਾ ਹੈਗਾ ਜੋ ਕੰਮ ਕਰਨ ਨੂੰ ਕਹਿ ਰਿਹਾ ਉਹ ਕੰਮ ਵੀ ਕਰਨਾ ਹੈ, ਤਾਂ ਜਿਹੜਾ, ਔਰ ਆਪਣੇ ਕਰਮ ਸਹੀ ਰੱਖਣੇ ਆ, ਤੇ ਜਿਹੜਾ ਹੈਗਾ ਦਿਨਾਂ ਦੇ ਵਿੱਚ ਜਿਹੜੀ ਹੈਗੀ ਪ੍ਰੋਗਰੈਸ ਆ ਜਾਏਗੀ ਭਾਈ। ਕੋਈ ਵੀਰ ਜੀ ਇਹ ਤਾਂ ਸੈਕਿੰਡ ਵੀ ਨਹੀਂ ਲੱਗਣਾ, ਇੱਕ ਛਿਨ ਵੀ ਨਹੀਂ ਲੱਗਣਾ। ਤੁਸੀਂ ਇਹਨੂੰ ਸੁਣਦੇ, ਜਿੰਨੀ ਵੀ ਸੰਗਤ ਬੈਠੀ ਹੈ, ਜੋ ਗਿਆਨ ਆ ਰਿਹਾ ਨਾ, ਉਹਨੂੰ ਹਿਰਦੇ ਚ ਉਤਾਰ ਲਓ, ਬਸ ਉੱਥੇ ਵਿਚਾਲੇ ਬੁੱਧੀ ਚੋਂ ਹਟਾ ਲਓ ਆਪਣੀ ਨੂੰ, ਇੱਥੇ ਹੀ ਬਣ ਜਾਣੀ ਹੈ। ਇਹ ਜਿਹੜਾ ਆਪਾਂ ਕਹਿ ਰਹੇ ਕਿ ਇਹਦਾ ਬੈਨੀਫਿਟ ਹੀ ਹੈ, ਇਹ ਦੇਖੋ ਤੁਸੀਂ ਇਹਦੇ ਵਿੱਚੋਂ ਨਿਕਲ ਜਾਣਾ, ਤੁਸੀਂ ਇੱਥੇ ਸੁਣਦੇ ਨਿਕਲ ਜਾਣਾ। ਤੁਸੀਂ ਦੇਖੋ ਸੁਣਨ ਦੀ ਮਹੱਤਵ ਦੇਖੋ ਦੱਸ ਰਹੀ ਹੈ ਗੁਰਬਾਣੀ, ਇਹਦੇ ਵਿੱਚ ਹੀ ਪ੍ਰੈਕਟੀਕਲ ਹੋ ਜਾਣਾ ਜੇ ਆਪਾਂ ਕਰਨਾ ਚਾਹੀਏ ਤਾਂ। ਆਪਣੇ ਆਪ ਨੂੰ ਸਰੈਂਡਰ ਕਰਕੇ ਬੈਠ ਜੀ। ਸੈਕਿੰਡ ਦਾ ਵੀਰ ਜੀ ਬਹੁਤ ਦੂਰ ਆ, ਇੱਕ ਅੱਖ ਝਮਕਣਾ ਵੀ ਬਹੁਤ ਦੂਰ ਆ। ਜਦੋਂ ਕਿਰਪਾ ਵਰਸਦੀ ਆ ਨਾ, ਫਿਰ ਤਾਂ ਉਹ ਸੈਕਿੰਡ ਦਾ ਬਹੁਤ ਪਰੇ ਚਲੇ ਜਾਂਦੇ ਨੇ, ਅੱਖ ਝਮਕਣੀ ਵੀ ਪਰੇ ਹੋ ਜਾਂਦੀ ਆ। ਇੰਨੀ ਇਹੋ ਜਿਹੀ ਖੇਡ ਵਰਤਦੀ। ਆਪਾਂ ਸਾਰੀ ਸੰਗਤ ਬੈਠੀ ਬ੍ਰਹਮ ਦੇ ਵਿੱਚ ਆ, ਆਪਾਂ ਬ੍ਰਹਮ ਤੋਂ ਬਾਹਰ ਨਹੀਂ ਹੈਗੇ। ਇੱਕ ਜਿਵੇਂ ਪਿਆਜ਼ ਦੇ ਵਿੱਚ ਛੋਟਾ ਜਿਹਾ ਪਰਦਾ ਨਾ, ਇੱਕ ਉਹ ਪਰਦੇ ਨੂੰ ਬਸ ਪਰਦਾ ਹੀ ਪਰੇ ਹਟਣਾ ਆਪਣੇ ਤੋਂ, ਬਸ ਉਹ ਪਰਦਾ ਪਰੇ ਹਟ ਗਿਆ, ਪਰ ਖੇਡ ਵਰਤਦੀ ਜਾਣੀ ਆ। ਦੇਖੋ ਤੁਸੀਂ ਆਪਾਂ ਬਹਿਨੇ ਆ ਨਾ, ਬੈਠੋ ਤੁਸੀਂ, ਜਿੰਨਾ ਸਮਾਂ ਆਪਣੇ ਆਪ ਨੂੰ ਦਓਗੇ ਸਿਮਰਦੇ ਜਾਓਗੇ, ਕਿਉਂਕਿ ਸਿਮਰਨ ਤਾਂ ਇੱਕ ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਹਨਾ, ਤੇ ਜੋ ਮਰਜ਼ੀ ਕਹਿ ਲਓ, ਪਰ ਉਹਨੂੰ ਇਕਾਗਰਤਾ ਦੇ ਨਾਲ ਆਪਾਂ ਜਪਦੇ ਜਾਂਦੇ ਹਾਂ, ਆਪਾਂ ਉਹ ਸਾਫ਼ ਕਰਦੇ ਜਾਂਦੇ ਹਾਂ, ਆਪਣਾ ਭਾਂਡਾ ਸਾਫ਼ ਕਰਦੇ ਜਾਂਦੇ ਹਾਂ। ਜਦੋਂ ਆਪਾਂ ਪੂਰੀ ਇਕਾਗਰਤਾ ਦੇ ਵਿੱਚ ਚਲੇ ਗਏ ਨਾ, ਫਿਰ ਤਾਂ ਉੱਥੇ ਅਸੀਂ ਬੋਲਣ ਜੋਗੇ ਰਹਿੰਦੇ ਹੀ ਨਹੀਂ ਗੇ। ਉਹ ਫਿਰ ਆਪਾਂ ਇੰਨੇ ਸਮੁੰਦਰ ਦੀ ਡੂੰਘਾਈ 'ਚ ਚਲੇ ਜਾਈਏ, ਫਿਰ ਉੱਥੇ ਕੀ ਬੋਲਾਂਗੇ ਆਪਾਂ? ਨਹੀਂ, ਫਿਰ ਉੱਥੇ ਆਪੇ ਹੀ ਚੁੱਪ ਹੋ ਜਾਂਦੇ ਹਾਂ ਆਪਾਂ, ਉੱਥੇ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਉਹ ਤਾਂ ਫਿਰ ਆਪੇ ਖੇਡ ਰਚਾਉਂਦਾ ਆਪਦੀ। ਬਸ ਪਹਿਲਾਂ ਝਰਨਾ ਆਉਂਦਾ ਨਾ, ਕਿੰਨੀ ਉਹਨੂੰ
ਗਿਰਦਾ ਹੀ ਆਉਂਦਾ, ਕਿੰਨੇ ਸ਼ੋਰ ਕਰਦਾ ਆਉਂਦਾ, ਫਿਰ ਉਹਨੂੰ ਦਰਿਆ ਬਣਨਾ ਪੈਂਦਾ। ਕਈ ਝਰਨੇ, ਹੁਣ ਆਪਾਂ ਕਈ ਝਰਨੇ ਇਕੱਠੇ ਹੋਏ ਆ ਤਾਂ ਹੀ ਆਪਣਾ ਦਰਿਆ ਬਣੂਗਾ ਇਹ। ਫਿਰ ਇਹ ਦਰਿਆ ਬਣੂਗਾ, ਫਿਰ ਸਮੁੰਦਰ 'ਚ ਜਾਊਗਾ, ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਅਸੀਂ ਦਰਿਆ ਸੀ ਕਿ ਸਮੁੰਦਰ ਸੀ। ਸਾਨੂੰ ਆਪ ਨੂੰ ਹੀ ਨਹੀਂ ਪਤਾ ਲੱਗਣਾ ਵੀ ਅਸੀਂ ਕੋਈ ਦਰਿਆ ਸੀ, ਫਿਰ ਅਸੀਂ ਸਮੁੰਦਰ ਦਾ ਹੀ ਰੂਪ ਹੋ ਜਾਣਾ। ਜਦੋਂ ਸਮੁੰਦਰ ਦੇ ਰੂਪ ਦੇ ਵਿੱਚ ਜੇ ਤਾਂ ਬਾਹਰ ਖੜ ਕੇ ਤਾਂ ਦੇਖਣੀਆਂ ਨੇ ਛੱਲਾਂ, ਫਿਰ ਬਾਹਰ ਖੜ ਕੇ ਦੇਖੀ ਚਲੋ। ਜੇ ਅੰਦਰ ਡੁਬਕੀ ਲਾਤੀ ਤੇ ਫਿਰ ਉੱਥੇ ਤਾਂ ਬੋਲਣ ਜੋਗੇ ਰਹਿੰਦੇ ਹੀ ਨਹੀਂਗੇ, ਫਿਰ ਆਪਣਾ ਆਪ ਹੀ ਖਤਮ ਹੋ ਜਾਂਦਾ। ਉੱਥੇ ਤਾਂ ਬੋਲਦੇ ਹੀ ਨਹੀਂ ਆਪਾਂ, ਉੱਥੇ ਕੁਛ ਵੀ, ਫਿਰ ਆਪਣੇ ਆਪ ਹੀ ਚੁੱਪ ਹੋ ਜਾਂਦਾ ਇਨਸਾਨ, ਆਪਣਾ ਵਜੂਦ ਹੀ ਖਤਮ ਹੋ ਜਾਂਦਾ। ਭਗਤੀ ਕਰਨੀ ਆ ਤੇ ਭਾਈ ਦੇਖੋ, ਆਪਣੇ ਆਪ ਨੂੰ ਕੱਲਾ ਮਤ ਸਮਝੋ, ਮਾਲਕ ਆਪਣੇ ਨਾਲ ਆ। ਇੱਥੋਂ ਸਟਾਰਟ ਜਰਨੀ ਕਰਨੀ ਆ, ਮਾਲਕ ਨਾਲ ਆ। ਮਾਲਕ ਦੀ ਪ੍ਰੈਜੈਂਸ ਜਿਹੜੀ ਆਪਣੀ ਆਤਮਾ ਜਿਹੜੀ ਹੈਗੀ ਆਪਣੇ ਨਾਲ ਹੈਗੀ ਆ, ਤੇ ਉਹਦੀ ਪ੍ਰੈਜੈਂਸ ਦੇ ਨਾਲ ਜਿਹੜਾ ਹੈਗਾ, ਜਦ ਆਪਾਂ ਉਹਦੀ ਪ੍ਰੈਜੈਂਸ ਨੂੰ ਬੁੱਝਣਾ ਸਿੱਖ ਗਏ ਤੇ ਬਸ ਉਸ ਤੋਂ ਬਾਅਦ ਫਿਰ ਆਪਾਂ ਕਿਸੇ ਨੂੰ ਮੰਦਾ ਕਹਿ ਨਹੀਂ ਸਕਦੇ, ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ, ਕਿਸੇ ਨਾਲ ਧੋਖਾ ਨਹੀਂ ਕਰ ਸਕਦੇ। ਔਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਯਾਤਰਾ ਜਿਹੜੀ ਸੁਖੈਨੀ ਜਿਹੜੀ ਹੈਗੀ ਜਿੱਤੀ ਜਾਂਦੀ ਹੈ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਇਸ ਤੋਂ ਅੱਗੇ ਜਿਹੜੇ ਆ ਮਹਾਰਾਜ ਫਿਰ ਦੱਸ ਰਹੇ ਆ। ਮਹੱਲਾ ਪਹਿਲਾ, ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਕਹਿੰਦਾ ਜਿੰਨਾ ਵੀ ਲਿਖਿਆ, ਜਿੰਨਾ ਵੀ ਗਿਆਨ ਜਿਹੜਾ ਹੈਗਾ, ਇਹਨੂੰ ਮੈਂ ਪੜ੍ਹ ਲਿਆ, ਪੜ੍ਹਿਆ ਗਿਆ, ਖਾਲੀ ਪੜ੍ਹਿਆ ਗਿਆ ਤੇ ਉਹਨਾਂ ਮੈਂ ਕੱਢ ਗਿਆ। ਕਹਿੰਦੇ ਉਹਨਾਂ ਦੁੱਧ ਕੱਢ ਗਿਆ ਦੁੱਧ ਤੇ ਉਹਦੇ ਵਿੱਚ ਘੜਤਣ ਆ ਜਾਏਗੀ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇ ਤੋਂ ਲਵਿਆ। ਕਹਿੰਦੇ ਜਿੰਨਾ ਵੀ ਤੀਰਥਾਂ ਦੇ ਉੱਤੇ ਯਾਤਰਾ ਕੀਤੀ, ਕਹਿੰਦੇ ਓਨਾ ਹੀ ਲਵਿਆ। ਲਵਿਆ ਕਿਹਨੂੰ ਕਹਿੰਦੇ ਆ? ਇਹ ਕਾਂ ਹੁੰਦਾ ਜਿਹੜਾ ਲਵ ਕਰਦਾ, ਕਾਂ ਕਰਦਾ, ਇਹਨੂੰ ਕਹਿੰਦੇ ਲਵਣਾ, ਬੋਲਣਾ। ਅਸੀਂ ਜੀ ਹਜ਼ੂਰ ਸਾਹਿਬ ਗਏ, ਅਸੀਂ ਜੀ ਉੱਥੇ ਇਸ ਤਰ੍ਹਾਂ ਕੀਤਾ, ਉੱਥੇ ਆਹ ਹੋਇਆ ਸੀਗਾ, ਉੱਥੇ ਇਸ ਤਰ੍ਹਾਂ ਹੋਇਆ, ਅਸੀਂ ਹੇਮਕੁੰਟ ਗਏ, ਅਸੀਂ ਇੱਥੇ ਗਏ, ਅਸੀਂ ਉੱਥੇ ਗਏ, ਬਸ ਆਹ ਲਵਣਾ ਸ਼ੁਰੂ ਹੋ ਗਿਆ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇ ਤੋਂ ਲਵਿਆ, ਬਹੁਤ ਭੇਖ ਕੀਆ ਦੇਹੀ ਦੁੱਖ ਦਿਆ। ਕਹਿੰਦੇ ਭੇਖ ਕਰ ਲਿਆ, ਵੱਡੇ ਤੋਂ ਵੱਡਾ ਜਿਹੜਾ ਹੈਗਾ ਸਰੀਰ ਦੇ ਉੱਤੇ ਚਿੰਨ੍ਹ ਧਾਰਨ ਕਰ ਲਏ, ਬਹੁਤ ਵੱਡਾ ਜਿਹੜਾ ਹੈਗਾ ਉਹ ਬਣਾ ਲਏ, ਵੱਡੇ ਵੱਡੇ ਦੁਮਾਲੇ ਸਜਾ ਲਏ। ਬਹੁਤ ਭੇਖ ਕੀਆ ਦੇਹੀ ਦੁੱਖ ਦਿਆ। ਉਹ ਗਰਦਨ ਜਿਹੜੀ ਹੈ ਟਿਕਦੀ ਵੀ ਨਹੀਂ ਹੈ, ਪਿੱਛੇ ਜਿਹੜੀ ਹੈ ਪਤਾ ਨਹੀਂ ਸਪੋਰਟ ਲੈ ਕੇ ਫਿਰ ਬੜੀ ਮੁਸ਼ਕਲ ਦੇ ਨਾਲ ਜਿਹੜਾ ਹੈਗਾ ਤੁਰਦੇ ਆ, ਬੈਠਦੇ ਆ। ਬਹੁਤ ਭੇਖ ਕੀਆ ਦੇਹੀ ਦੁੱਖ ਦਿਆ। ਕਹਿੰਦੇ ਦੇਹੀ ਨੂੰ ਦੁੱਖ ਦਿੱਤਾ, ਉਸ ਤੋਂ ਇਲਾਵਾ ਤੈਨੂੰ ਮਿਲਿਆ ਕੀ ਹੈਗਾ? ਸ਼ੌਵੇ ਜੀਆ ਆਪਣਾ ਕੀਆ। ਕਹਿੰਦੇ ਤੂੰ ਕਰ ਰਿਹਾ ਹੈ ਤੇ ਸਹਿਣਾ ਤਾਂ ਤੈਨੂੰ ਪਊਗਾ, ਤਕਲੀਫ ਤਾਂ ਤੈਨੂੰ ਹੋਣੀ ਹੈ ਭਾਈ, ਗੁਆਂਢੀ ਨੂੰ ਤਕਲੀਫ ਥੋੜੀ ਨਾ ਹੋਣੀ ਹੈ। ਸ਼ੌਵੇ ਜੀਆ ਆਪਣਾ ਕੀਆ, ਅਲਮਲ ਖਾਈ ਨਹੀਂ ਸੌਰੀ ਅੰਨ ਨਾ ਖਾਇਆ ਸਾਧ ਗਵਾਇਆ। ਕਹਿੰਦੇ ਅੰਨ ਨਹੀਂ ਖਾਧਾ, ਕਈ ਐਸੇ ਵੀ ਹੁੰਦੇ ਅੰਨ ਨਹੀਂ ਖਾਂਦੇ, ਜੰਗਲਾਂ ਦੇ ਵਿੱਚ ਚਲੇ ਜਾਂਦੇ ਔਰ ਜੰਗਲਾਂ ਵਿੱਚ ਜਾ ਕੇ ਜਿਹੜੇ ਹੈਗੇ ਉਹ ਜਿਹੜੇ ਹੈ ਗਾਜਰ ਮੂਲੀਆਂ ਜਾਂ ਹੋਰ ਨਿੱਕ ਸੁੱਕ ਖਾ ਕੇ ਜਿਹੜਾ ਹੈਗਾ ਗੁਜ਼ਾਰਾ ਕਰਦੇ ਆ। ਕਹਿੰਦੇ ਤੂੰ ਸਵਾਦ ਗਵਾ ਲਿਆ ਭਾਈ, ਅੰਨ ਨਾ ਖਾਇਆ ਸਾਧ ਗਵਾਇਆ। ਐਸਾ ਮਾਲਕ ਪਰਮਾਤਮਾ ਨੇ ਤੈਨੂੰ, ਉਹ ਮਾਲਕ ਤਾਂ ਕਹਿੰਦੇ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਕਹਿੰਦੇ ਸਤਿਗੁਰੂ ਨੂੰ ਭੇਟ, ਸਤਿਗੁਰੂ ਕਹਿ ਰਹੇ ਭਾਈ ਪਰਿਵਾਰ ਦੇ ਵਿੱਚ ਹੱਸਦੇ ਖੇਡਦੇ ਖਾਂਦੇ ਪੈਂਦੇ ਪੀਂਦੇ, ਕਹਿੰਦੇ ਰਾਮ ਦੇ ਨਾਲ ਜਿਹੜਾ ਹੈਗਾ ਮੁਕਤੀ ਹੋ ਜਾਏਗੀ ਭਾਈ। ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਕਹਿੰਦੇ ਭਾਈ ਤੈਨੂੰ ਦੂਸਰਾ ਡੁਆਲਿਟੀ ਤੈਨੂੰ ਚੰਗੀ ਲੱਗ ਗਈ ਤੇ ਤੂੰ ਜਿਹੜਾ ਹੈਗਾ ਫਿਰ ਦੁਖੀ ਹੋਏਗਾ, ਜ਼ਿਆਦਾ ਦੁਖੀ, ਓਨਾ ਹੀ ਜ਼ਿਆਦਾ ਦੁੱਖ ਪਾਏਗਾ। ਫਿਰ ਵਸਤਰ ਨਾ ਪਹਿਰੇ ਐਨਿਸ ਕਹਿਰੇ। ਕਹਿੰਦੇ ਕੱਪੜੇ ਨਹੀਂ ਪਾਏ, ਫਿਰ ਜਿਹੜਾ ਹੈਗਾ ਨਹੀਂ ਪਾਏਗਾ ਕੱਪੜੇ, ਤੇ ਫਿਰ ਜਿਹੜਾ ਹੈਗਾ ਠੰਡ ਗਰਮੀ ਬਰਸਾਤ ਧੁੱਪ ਜਿਹੜੀ ਹੈਗੀ ਉਹਦੇ ਵਿੱਚ ਜਿਹੜਾ ਹੈਗਾ ਕੜੇਗਾ, ਫਿਰ ਉਹਦੇ ਵਿੱਚ ਦੁਖੀ ਹੋਏਗਾ। ਮੌਨ ਵਿਗੂਥਾ ਕਿਉਂ ਜਾਗੇ ਗੁਰਬਿਨ ਸੂਤਾ। ਕਹਿੰਦੇ ਮੌਨ ਧਾਰਨ ਕਰ ਲਿਆ, ਇਹਦੇ ਨਾਲ ਕੀ ਹੋ ਗਿਆ ਭਾਈ? ਇਹ ਵੀ ਖੁਆਰ ਹੋ ਰਿਹਾ ਹੈ ਤੂੰ। ਤੇਰਾ ਮਨ ਜਿਹੜਾ ਹੈਗਾ ਉਹਨੇ ਤਾਂ ਮੌਨ ਧਾਰਨ ਹੀ ਨਹੀਂ ਕੀਤਾ। ਮਨ ਤਾਂ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਗਲਤਾਨ ਹੈਗਾ, ਸੁੱਤਾ ਪਿਆ ਹੈ ਮਨ ਕਿਵੇਂ ਜਾਗੇਗਾ ਭਾਈ? ਜਦ ਤੱਕ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਹ ਗਿਆਨ ਨੂੰ ਵਿਚਾਰੇਗਾ ਨਹੀਂ, ਔਰ ਗਿਆਨ ਨੂੰ ਵਿਚਾਰ ਕੇ ਉਹ ਕਾਰਵਾਈ ਨਹੀਂ ਕਰੇਗਾ। ਮੌਨ ਵਿਗੂਥਾ ਕਿਉਂ ਜਾਗੇ ਗੁਰਬਿਨ ਸੂਤਾ। ਬਗੈਰ ਗੁਰੂ ਦੇ, ਬਗੈਰ ਬ੍ਰਹਮ ਗਿਆਨੀਆਂ ਦੇ, ਬਗੈਰ ਉਹਨਾਂ ਦੀ ਮੱਤ ਦੇ ਕਿਵੇਂ ਜਾਗੇਗਾ ਭਾਈ?
ਪੱਗੋਂ ਉਪੇ ਤਾਣਾ ਆਪਣਾ ਕੀਆ ਕਮਾਣਾ। ਕਹਿੰਦੇ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ ਤੇ ਤੇਰੀ ਮਰਜ਼ੀ ਆ ਪਾਈ, ਨਹੀਂ ਪਾਈ ਤੇ ਕੰਡੇ ਕੁੰਡੇ ਚੁਭਣੇ ਆ ਤੇ ਤੈਨੂੰ ਚੁਭਣੇ ਆ, ਧੁੱਪ ਲੱਗਣੀ ਹੈ ਸੜਨੇ ਆ ਪੈਰ ਤੇ ਤੈਨੂੰ ਤੇਰੇ ਸੜਨੇ ਆ। ਅਲਮਲ ਖਾਈ ਸਿਰ ਛਾਈ ਪਾਈ। ਤੇ ਹੋਰ ਦੇਖ ਲਓ ਜੈਨੀ ਜਿਹੜੇ ਹੈਗੇ, ਹੋਰ ਜਿਹੜੇ ਅਲਮਲ ਜਿਹੜਾ ਹੈਗਾ ਉਹ ਜਿਹੜੀ ਹੈ ਝੂਠ ਮੂਠ ਕਹਿੰਦੇ ਖਾਧੀ ਆ ਤੇ ਸਿਰ ਤੇ ਸੁਆਹ ਪਾ ਲਈ ਪਾਈ। ਸੁਆਹ ਦੇ ਨਾਲ ਜਿਹੜੇ ਹੈਗੇ ਉਹ ਜਿਹੜੇ ਹੈਗੇ ਬਾਲ ਜਿਹੜੇ ਖੋ ਖੋ ਕੇ ਫੁੱਟਦੇ ਆ। ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧਾ ਪਤ ਗਵਾਈ। ਕਹਿੰਦੇ ਮੂਰਖਾ ਅੰਨਿਆ ਤੈਨੂੰ ਗਿਆਨ ਹੀ ਨਹੀਂ, ਹਨੇਰੇ ਦੇ ਵਿੱਚ ਰਹਿ ਕੇ, ਦੁਨੀਆ ਦੇ ਵਿੱਚ ਮਾਇਆ ਦੇ ਹਨੇਰੇ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਤੂੰ ਆਪਣੀ ਇੱਜ਼ਤ ਗਵਾ ਲਈ। ਵਿਣ ਨਾਮ ਹੈ ਕਿਛ ਥਾਂ ਨਾ ਪਾਈ। ਨਾਮ ਤੋਂ ਬਗੈਰ ਕੋਈ ਵੀ ਚੀਜ਼ ਜਿਹੜੀ ਹੈਗੀ ਤੇਰੀ ਥਾਂ ਨਹੀਂ ਪੈਣੀ, ਉਹਦਾ ਤੈਨੂੰ ਫਾਇਦਾ ਨਹੀਂ ਹੋਣਾ। ਵਿਣ ਨਾਮ ਹੈ ਕਿਛ ਥਾਂ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ। ਕਹਿੰਦੇ ਬਿਆਬਾਨ 'ਚ ਵੀ ਰਹਿ ਕੇ ਦੇਖ ਲਿਆ, ਮੜੀਆਂ ਦੇ ਉੱਤੇ ਮਸਾਣਾ ਦੇ ਵਿੱਚ ਵੀ ਰਹਿ ਕੇ ਦੇਖ ਲਿਆ ਪਾਏ। ਅੰਧ ਨਾ ਜਾਣਾ ਫਿਰ ਪਛਤਾਣੀ। ਕਹਿੰਦੇ ਕੋਈ ਰਸਤਾ ਨਹੀਂ ਮਿਲਦਾ, ਅੰਨਾ ਦਾ ਅੰਨਾ ਹੀ ਰਿਹਾ ਔਰ ਫਿਰ ਪਛਤਾਉਂਦਾ ਹੈ ਬਾਅਦ ਵਿੱਚ। ਦੇਖ ਲਓ ਕਿਹੜੇ ਜੋਗੀ ਹੈ ਜਿਹੜੇ ਜਾ ਕੇ ਪਹਾੜਾਂ ਦੇ ਉੱਤੇ ਬਿਆਬਾਨ ਦੇ ਉੱਤੇ ਜਾ ਕੇ ਜੋ ਕਮਾਉਂਦੇ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸੇ ਤਰ੍ਹਾਂ ਬਰਕਰਾਰ। ਸਤਿਗੁਰ ਭੇਟੇ ਸੋ ਸੁਖ ਪਾਏ। ਆਇਆ ਪਾਏ ਜਿਹੜੇ ਨਿਕਲੇ ਹੋਏ ਆ, ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਜੇ ਉਹਨਾਂ ਦਾ ਗਿਆਨ ਲਵਾਂਗੇ ਤੇ ਉਹ ਆਦਮੀ ਸੁਖੀ ਹੋ ਜਾਏਗਾ। ਹਰ ਕਾ ਨਾਮ ਮਨ ਵਸਾਏ। ਉਹਨਾਂ ਦਾ ਗਿਆਨ ਕੀ ਹੈ? ਭਾਈ ਪਰਮੇਸ਼ਰ ਦੀ ਬੰਦਗੀ ਕਰੋ, ਮਨ ਦੇ ਨਾਲ ਭਗਤੀ ਕਰੋ, ਮਨ ਦੇ ਵਿੱਚ ਵਸਾ ਲਓ ਇਹ ਗੱਲ ਨੂੰ ਬਈ ਮੈਂ ਜਿਹੜਾ ਹੈਗਾ ਇਹ ਨਾਮ ਪਦਾਰਥ ਮੇਰੇ ਅੰਦਰ ਪਿਆ ਆ, ਉਹਨੂੰ ਮੈਂ ਪ੍ਰਗਟ ਕਰਨਾ ਆ। ਮੈਂ ਕੌਣ ਆ? ਮੈਂ ਉਹਨੂੰ ਆਤਮਾ ਦੇ ਦਰਸ਼ਨ ਕਰਨੇ ਆ। ਨਾਨਕ ਨਦਰ ਕਰੇ ਸੋ ਪਾਏ, ਆ ਸੰਦੇਸੇ ਤੇ ਨੇ ਕੇਵਲ ਹਉਮੈ ਸ਼ਬਦੇ ਜਲਾਏ। ਕਹਿੰਦੇ ਮਾਲਕ ਦੀ ਮਿਹਰ ਹੁੰਦੀ ਆ ਤੇ ਉਹ ਪਾ ਲੈਂਦਾ ਹੈ ਭਾਈ। ਉਹੀ ਜਿਹੜਾ ਹੈਗਾ ਇਸ ਦਾਤ ਨੂੰ ਪਾ ਲੈਂਦਾ ਹੈ, ਨਾਮ ਵਾਲੀ ਦਾਤ ਨੂੰ। ਉਹੀ ਇਸ ਗੇਮ ਚੋਂ ਬਾਹਰ ਨਿਕਲਦਾ ਹੈ। ਆ ਸੰਦੇਸੇ ਤੇ ਨੇ ਕੇਵਲ, ਉਹੀ ਜਿਹੜਾ ਹੈਗਾ ਆ ਸੰਦੇਸੇ ਕੀ ਆ? ਕੋਈ ਚੀਜ਼ ਜਿਹੜੀ ਹੈਗੀ ਉਹਦੀ ਕੋਈ ਕਿਸੇ ਚੀਜ਼ ਦੀ ਦੇਖਿਆ, ਉਹ ਚੀਜ਼ ਦੀ ਆਸ ਹੋ ਗਈ ਵੀ ਮੈਨੂੰ ਆਹ ਚੀਜ਼ ਮਿਲੇ। ਪਹਿਲਾਂ ਇੱਛਾ ਹੋਈ, ਫਿਰ ਆਸ ਹੋ ਗਈ, ਫਿਰ ਮਿਲੇਗੀ ਕਿ ਨਹੀਂ ਮਿਲੇਗੀ ਅੰਦੇਸ਼ਾ ਹੋ ਗਿਆ। ਕਹਿੰਦੇ ਇਹ ਵਿਚਾਰਾਂ ਤੋਂ, ਆ ਸੰਦੇਸ਼ੇ ਦਾ ਮਤਲਬ ਹੈ ਵਿਚਾਰ। ਆ ਸੰਦੇਸ਼ੇ ਤੇ ਨੇ ਕੇਵਲ, ਇਹਨਾਂ ਤੋਂ ਨਿਹ ਕੇਵਲ, ਇਹਨਾਂ ਤੋਂ ਅਟੰਗ ਹੋ ਸਕਦਾ ਆਦਮੀ। ਹਉਮੈ ਸ਼ਬਦੇ ਜਲਾਏ, ਸ਼ਬਦ ਦੇ ਦੁਆਰਾ। ਇੱਥੇ ਸ਼ਬਦ ਜੇ ਪੜ੍ਹ ਦੇਂਗੇ ਹਉਮੈ ਸ਼ਬਦ ਜਲਾਏ, ਸ਼ਬਦ ਹੀ ਸੜ ਗਿਆ ਤੇ ਫਿਰ ਰਸਤਾ ਕਿਹੜਾ ਹੈ ਭਾਈ? ਕਹਿੰਦੇ ਜੋ ਗੁਰੂ ਕਹਿ ਰਹੇ ਆ, ਜੋ ਗਿਆਨ ਕਹਿ ਰਿਹਾ ਆ, ਉਹ ਧਿਆਨ ਸਿਮਰਨ ਦੇ ਦੁਆਰਾ ਜਿਹੜਾ ਹੈਗਾ ਆਪਣੀ ਹੋਂਦ, ਆਪਣੀ ਫਾਲਸ ਆਈਡੈਂਟੀਟੀ ਜਿਹੜੀ ਹੈਗੀ ਆ, ਆਪਣਾ ਝੂਠਾ ਕਰਤਾਪੁਣਾ ਜਿਹੜਾ ਹੈਗਾ, ਇਹਨੂੰ ਸ਼ਬਦ ਦੇ ਦੁਆਰਾ ਇਹਨੂੰ ਸਾੜ ਦੇ। ਆਹੀ ਗੇਮ ਹੈਗੀ ਆ। ਜਦ ਆਪਣੇ ਅੰਦਰੋਂ ਸਾਰੀ ਮੈਲ ਦੂਰ ਹੋ ਗਈ ਤੇ ਆਪਾਂ ਜਿਹੜੇ ਹੈਗੇ ਉਹੀ ਆਤਮਾ, ਉਹੀ ਪਰਮਾਤਮਾ ਹੀ ਹੈਗੇ ਆ ਭਾਈ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਜੀ। ਉਹ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਵੀ ਉਦਮ ਤੇਰਾ ਨਾ ਕੋਈ ਪ੍ਰਵਾਨ ਨਹੀਂ। ਭਾਵੇਂ ਤੂੰ ਪੜ੍ਹੀ ਚੱਲ, ਲਿਖੀ ਚੱਲ, ਜਿੰਨਾ ਲਿਖ ਪੜ੍ਹ ਜਾਏਗਾ ਉਨੀ ਤੇਰੇ ਅੰਦਰ ਹਉਮੈ ਵੱਧ ਜਾਣੀ ਹੈ ਵੀ ਉਹ ਤੂੰ ਮੈਂ ਇੰਨਾ ਪੜ੍ਹਿਆ ਜੀ, ਉਹ PhD ਜੀ, ਮੈਂ ਇੰਨਾ ਜੀ, ਉਹਦੇ ਡਾਕਟਰ ਸਾਹਿਬ ਜੀ, ਫਲਾਣਾ ਜੋ ਮਰਜ਼ੀ ਕਹੀ ਜਾ। ਤੀਰਥਾਂ ਤੇ ਭਾਵ ਲੈ, ਜਿੱਥੇ ਮਰਜ਼ੀ ਤੀਰਥਾਂ ਤੇ ਭਾਵ ਕੇ ਵੀ ਕੀ ਹੋਊਗਾ? ਆ ਕੇ ਤੂੰ ਲੋਕਾਂ ਦੇ ਘਰਾਂ 'ਚ ਪ੍ਰਸ਼ਾਦ ਵੰਡਦਾ ਫਿਰੇਗਾ। ਉਹ ਜੀ ਉਹ ਆ ਜੀ ਮੈਂ ਉੱਥੋਂ ਜਾ ਕੇ ਆਇਆ ਜੀ ਹੇਮਕੁੰਟ ਸਾਹਿਬ, ਉਹਨਾਂ ਦਾ ਪ੍ਰਸ਼ਾਦ ਹੈ ਜੀ, ਲਓ ਜੀ ਹੇਮਕੁੰਟ ਸਾਹਿਬ ਦਾ ਪ੍ਰਸ਼ਾਦ। ਕੀ ਦਿਖਾ ਰਿਹਾ ਤੂੰ ਕਿਸੇ ਨੂੰ? ਕਾਹਦਾ ਹੰਕਾਰ ਲੈ ਕੇ ਬੈਠ ਗਿਆ? ਇਹਨੇ ਤੇਰੀ ਕੋਈ ਪ੍ਰਾਪਤੀ ਨਹੀਂ ਹੈ। ਤੇਰੀ ਸਿਰਫ ਨਾਮ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੈ। ਜਿੰਨੇ ਮਰਜ਼ੀ ਭੇਖ ਕਰੀ ਚੱਲ, ਆਪਣੇ ਉਹਦੇ ਨਾਲ ਵੀ ਦੁੱਖ ਹੀ ਸਹਿਣੇ ਪੈਣਗੇ। ਜਿੰਨੇ ਭੇਖ ਕਰੇਗਾ, ਉਲਟੇ ਪੁਲਟੇ ਪੁੱਠੇ ਸਿੱਧੇ ਜੋ ਵੀ ਕਰੇਗਾ, ਆਪਣੇ ਸਰੀਰ ਨੂੰ ਹੀ ਕਸ਼ਟ ਦੇਗਾ ਤੇ ਉਹ ਤੇਰੇ ਸਰੀਰ ਤੇ ਹੋਣਾ। ਫਿਰ ਜੇ ਤੂੰ ਕਹੇਗਾ ਵੀ ਮੈਂ ਤਾਂ ਜੀ ਪਤਾ ਜੀ ਉਹ ਫਲਾਹਾਰੀ ਹੈ ਜੀ, ਉਹ ਦੁੱਧਾਹਾਰੀ ਹੈ ਜੀ, ਉਹ ਕੰਦ ਮੂਲ ਖਾਣ ਵਾਲੇ ਹੈ ਜੀ, ਇਹਨਾਂ ਨਾਲ ਵੀ ਨਹੀਂ ਕੁਛ ਨਹੀਂ ਹੋਣਾ ਜੀ, ਕੱਖ ਨਹੀਂ ਹੋਣਾ। ਜੋ ਮਾਲਕ ਨੇ ਉਹ ਕਹਿੰਦੇ ਵੀ ਇਹਦੇ ਨਾਲ ਕੀ ਹੋਊਗਾ ਤੇਰਾ? ਤੂੰ ਆਪਣੀ ਜ਼ਿੰਦਗੀ ਦੇ ਅੰਦਰ ਦੁੱਖ ਹੀ ਸਹਾਰੇਗਾ, ਨੰਗਾ ਫਿਰੇਗਾ ਤਾਂ ਵੀ ਤੇਰੇ ਸਰੀਰ ਨੂੰ ਧੁੱਪ ਛਾਂ, ਠੰਡ ਗਰਮੀ, ਉਹ 'ਚ ਵੀ ਤੂੰ ਹੀ ਉਲਝੇਗਾ। ਕਿਸੇ ਦਾ ਥੋੜੀ ਕੁਛ ਜਾਣਾ। ਮੌਨ ਹੋ ਜਾਏਗਾ, ਉਹਦੇ 'ਚ ਵੀ ਮੌਨੀ ਬਾਬਾ ਜੀ ਬਣ ਜਾਏਗਾ ਤਾਂ ਕੀ ਹੋ ਜਾਊਗਾ?
ਤਾਂ ਉਹਦੇ ਨਾਲ ਵੀ ਕੁਝ ਨਹੀਂ ਹੋਣਾ, ਕਿਉਂਕਿ ਗੁਰੂ ਨੇ ਜੋ ਅਸਲੀ ਜਿਨ੍ਹਾਂ ਨੇ ਕਮਾਈ ਕੀਤੀ ਇਸ ਰਸਤੇ ਤੇ ਤੁਰੇ, ਉਹਨਾਂ ਤੋਂ ਜੋ ਤੂੰ ਗਿਆਨ ਲਏਗਾ, ਈਵਨ ਜੇ ਤੂੰ ਪੈਰਾਂ 'ਚ ਜੁੱਤੀ ਨਹੀਂ ਪਾਏਗਾ ਤੇ ਕੰਡੇ ਤਾਂ ਤੇਰੇ ਹੀ ਚੁਭਣੇ, ਕਿਸੇ ਦੇ ਹੋਰ ਚੁਭਣੇ। ਇਹ ਸਰੀਰ ਹੈ, ਇਹ ਵੀ ਤੈਨੂੰ ਹੁਕਮ ਹੈ ਕਿ ਇਹਨੂੰ ਸਰੀਰ ਨੂੰ ਸੰਭਾਲਣਾ, ਇਹ ਵੀ ਤੇਰੀ ਜ਼ਿੰਮੇਵਾਰੀ ਹੈ। ਮਾਲਕ ਨੇ ਕਿਹਾ ਇਹ ਤੈਨੂੰ ਜੰਤਰ ਦਿੱਤਾ, ਇਹ ਤੈਨੂੰ ਅਪਗ੍ਰੇਡ ਹੋਣ ਵਾਸਤੇ ਤੈਨੂੰ ਦਿੱਤਾ ਹੈ ਉਹਨੇ। ਤੇ ਉਹ ਜੇ ਤੂੰ ਇਹਨੂੰ ਸੰਭਾਲਿਆ ਨਾ ਪ੍ਰੋਪਰਲੀ, ਤੂੰ ਇਹਨੂੰ ਯੂਟਿਲਾਈਜ਼ ਨਾ ਕੀਤਾ, ਅਲਮਲ ਖਾਈ ਫਿਰ ਸਿਰਛਾਈ ਪਾਈ, ਉਸ ਫਿਰ ਕੀ ਹੋ ਗਿਆ? ਮੂਰਖ। ਸਾਨੂੰ ਸਾਰਿਆਂ ਨੂੰ ਮੂਰਖ ਹੀ ਕਹਿ ਰਹੇ ਨੇ, ਤੇ ਉਹ ਪੱਤ ਗਵਾ ਕੇ ਚਲੇ ਗਏ। ਤੇ ਉਹ ਤਾਂ ਹੀ ਕਹਿ ਰਹੇ ਅੱਗੇ ਵੀ ਨਾਮ ਤੋਂ ਬਿਨਾਂ ਕੁਛ ਵੀ ਪ੍ਰਵਾਨ ਨਹੀਂ ਹੈ। ਚਾਹੇ ਤੂੰ ਮੜੀਆਂ ਮਸਾਣਾ ਤੇ ਤੁਰਿਆ ਫਿਰ, ਚਾਹੇ ਤੂੰ ਜਿਵੇਂ ਕਹਿੰਦੇ ਨੇ ਨਾ ਸਮਝ ਰੱਬ ਨੂੰ, ਆਪਣੇ ਅੱਖਾਂ ਬੰਦ ਕਰ ਲੈ ਕੇ ਜੀ ਉਹ ਨਹੀਂ ਕੋਈ ਰੱਬ ਰੁੱਬ ਨਹੀਂ ਹੈ, ਅੰਧ ਨਾ ਜਾਣੇ, ਫਿਰ ਪਛਤਾਏਗਾ ਬਾਅਦ ਚ। ਤੇ ਉਹ ਇਸ ਕਰਕੇ ਉਹ ਕਹਿ ਰਹੇ ਨੇ ਕਿ ਤੁਸੀਂ ਕੋਈ ਕੋਸ਼ਿਸ਼ ਕਰੋ ਕਿ ਵੀ ਤੂੰ ਇਨਸਾਨ ਨੂੰ ਕਹਿ ਰਹੇ ਕਿ ਤੂੰ ਸਤਿਗੁਰ, ਤੈਨੂੰ ਕੋਸ਼ਿਸ਼ ਕਰ ਗੁਰਮੁਖ, ਜਿੱਥੇ ਗਿਆਨ ਦੀ ਗੱਲ ਚੱਲ ਰਹੀ ਹੈ, ਜਿੱਥੇ ਜਿਨ੍ਹਾਂ ਨੇ ਇਹਨੂੰ ਜਾਣਿਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋ 36 ਬ੍ਰਹਮ ਗਿਆਨੀ ਬੈਠੇ ਆ, ਜਿਹੜੇ ਆਪਣਾ ਦੱਸ ਰਹੇ ਨੇ, ਸਾਡੇ ਵਾਸਤੇ ਹੀ ਕਰ ਰਹੇ ਨੇ। ਉਹ ਆਪ ਤਾਂ ਨਿਕਲ ਗਏ, ਉਹ ਸਾਡੇ ਵਾਸਤੇ ਉਹ ਇੰਨਾ ਗਿਆਨ ਦੇ ਗਏ ਹੈ ਕਿ ਉਹ ਵੀ ਹੋਣਾ ਕਿੱਦਾਂ ਹੈ। ਤੇ ਉਹਨਾਂ ਨੇ ਤੁਹਾਨੂੰ ਕੀ ਕਹਿਣਾ ਵੀ ਭਾਈ ਇਹਨੂੰ ਹਿਰਦੇ 'ਚ ਵਸਾਓ, ਹਨਾ ਜੀ। ਉਹ ਕਹਿੰਦੇ ਹਿਰਦੇ ਨਾਮ ਵਸਾਏ ਹੋ, ਘਰ ਬੈਠੇ ਗੁਰੂ ਤੇ ਆਏ ਹੋ। ਉਹ ਕਰੋ। ਤੇ ਉਹ ਨਜ਼ਰ ਤਾਂ ਫਿਰ ਉਹ ਤਾਂ ਗਰੰਟੀ ਹੈ। ਜਿਹੜਾ ਹਿਰਦੇ 'ਚ ਉਤਾਰ ਲਿਆ ਜਿਹਨੇ ਉਸ ਨਾਮ ਨੂੰ, ਤੇ ਉਹ ਮਾਲਕ ਉਹਨੂੰ ਕੋਈ ਪਾਰਸ਼ੈਲਿਟੀ ਕਰਦਾ, ਉਹ ਸਾਰਿਆਂ ਤੇ ਨਜ਼ਰ ਕਰਦਾ। ਉਹ ਕਹਿੰਦਾ ਆਓ ਤਾਂ ਸਹੀ। ਤੇ ਖਤਮ ਤੁਹਾਡੇ ਫਿਰ ਆਸਨ ਦੇਸੇ ਕਾਹਦੇ? ਉਹਦੇ ਨਾਲ ਹੋਣਾ ਕੀ? ਆਸਨ ਦੇਸੇ ਖਤਮ ਕਾਹਦੇ ਹੋਣੇ? ਮੇਨ ਜਿਹੜਾ ਕੰਮ ਹੈ ਉਹ ਹਉਮੈ, ਜਿੱਥੇ ਵਰਕਆਊਟ, ਇਹ ਸਾਰਾ ਕੰਮ ਹਉਮੈ ਤੇ ਵਰਕਆਊਟ ਕਰਨ ਲਈ ਹੈ। ਉਹ ਜਿਹੜੇ ਉਸ ਸ਼ਬਦ ਨੇ, ਉਹ ਬ੍ਰਹਮ ਅਗਨ ਨੇ ਪ੍ਰਗਟ ਹੋਣ ਤੇ ਸਭ ਜਲ ਜਾਣਾ। ਫਿਰ ਤੂੰ ਬਿਲਕੁਲ ਉਹ ਜਿਹੜਾ ਉਹ ਦਰਵਾਜ਼ਾ ਨਾ, ਉਹ ਫਿਰ ਤੂੰ ਲੱਭ ਲਿਆ ਬਸ ਜੀ। ਹਾਂ, ਅੱਗੇ ਪੌੜੀ ਆ ਗਈ ਜੀ। ਪੌੜੀ, ਇਹਦੇ ਵਿੱਚ ਪੌੜੀ ਦੇ ਵਿੱਚ ਮਹਾਰਾਜ ਦੱਸਦੇ ਆ ਭਾਈ, ਜਿਹੜੇ ਹੁਣ ਭਗਤੀ ਕਰਦੇ ਆ, ਬੰਦਗੀ ਕਰਦੇ ਆ, ਧਿਆਨ ਸਿਮਰਨ ਕਰਦੇ ਆ, ਉਹ ਮਾਲਕ ਨੂੰ ਪਾ ਜਾਂਦੇ ਆ। ਭਗਤ ਤੇਰੇ ਮਨੇ ਭਾਵਦੇ, ਦਰ ਸੋਹਣ ਕੀਰਤ ਗਾਉਂਦੇ। ਕਹਿੰਦੇ ਉਹ ਦਰ ਤੇ ਪਹੁੰਚ ਜਾਂਦੇ ਆ, ਸੋਭਦੇ ਆ ਤੇਰੇ ਦਰ ਦੇ ਉੱਤੇ, ਕੀਰਤੀ ਗਾਉਂਦੇ ਤੇਰੀ, ਉਹ ਕੀਰਤੀ ਗਾਉਂਦੇ ਆ ਭਾਈ। ਜਿਹੜੇ ਭਗਤੀ ਕਰਦੇ ਆ ਉਹ ਤੈਨੂੰ ਚੰਗੇ ਲੱਗਦੇ ਆ, ਤੇਰੇ ਦਰ ਤੇ ਕੀਰਤੀ ਉਹ ਤੇਰੇ ਦਰ ਤੇ ਕੀਰਤ ਕਰਦੇ, ਤੇਰੇ ਦਰ ਤੇ ਪਹੁੰਚ ਜਾਂਦੇ ਆ। ਤੇ ਬਾਕੀ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਧਾਮ ਦੇ। ਜਿਨ੍ਹਾਂ ਕੋਲ ਆਪ ਭਗਤੀ ਨਹੀਂ ਹੈਗੀ, ਉਹਨਾਂ ਤੇ ਉਹ ਤਾਂ ਪਾਏ, ਉਹਨਾਂ ਦੇ ਕਰਮ ਹੈ ਨਹੀਂ ਗੇ, ਮਾੜੇ ਕਰਮ ਹੈਗੇ ਪਾਏ, ਉਹ ਬਖਸ਼ਿਸ਼ ਤੋਂ ਬਾਹਰ ਹੈਗੇ। ਦਰੇ ਢੋ ਨਾ ਲੈਣੀ ਧਾਮ ਦੇ, ਤੇਰੇ ਦਰ ਤੇ ਉਹਨਾਂ ਨੂੰ ਢੋ ਨਹੀਂ ਮਿਲਦੀ ਪਾਈ। ਉਹ ਧਾਉਂਦੇ ਹੀ ਰਹਿੰਦੇ ਆ, ਉਹ ਜੂਨਾਂ ਦੇ ਵਿੱਚ ਘੁੰਮਦੇ ਹੀ ਰਹਿੰਦੇ ਆ। ਇੱਕ ਮੂਲ ਨਾ ਬੁੱਝਣ ਆਪਣਾ, ਅਣ ਹੁੰਦਾ ਆਪ ਗਣਾਏਂਦੇ। ਇੱਕ ਹੋਰ ਹੈਗੇ ਆ ਜਿਹੜੇ ਮੂਲ ਨੂੰ, ਵੀ ਮੈਂ ਕੌਣ ਹੈਗਾ ਆ, ਮੈਂ ਆ ਸਰੀਰ ਹੈਗਾ ਆ, ਮੈਂ ਕੌਣ ਹੈਗਾ ਭਾਈ, ਮੈਂ ਕਿੱਥੋਂ ਆਇਆ ਆ, ਮੈਂ ਕਾਹਦੇ ਵਾਸਤੇ ਆਇਆ ਆ। ਕਹਿੰਦੇ ਇਹਨੂੰ ਨਹੀਂ ਬੁੱਝਦੇ। ਤੇ ਫਿਰ ਕੀ ਕਰਦੇ? ਅਣ ਹੁੰਦਾ, ਬਈ ਹੈ ਨਹੀਂ ਆ, ਬਈ ਮੈਂ ਕਰੀ ਜਾ ਰਿਹਾ। ਬਈ ਤੂੰ ਹੈ ਕੌਣ? ਤੂੰ ਕੋਈ ਚੀਜ਼ ਬਣਾਈ ਆ? 5 ਤੱਤਾਂ ਦੇ ਨਾਲ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਤੀ। ਮਹਾਰਾਜ ਕਹਿੰਦੇ ਕੋਈ ਹੈ ਜਿਹੜਾ 6ਵਾਂ ਬਣਾ ਕੇ ਦਿਖਾ ਦੇ, ਜੇ ਤੂੰ ਕਰਤਾ ਹੈਗਾ ਤੇ ਦੱਸ ਦੇ ਬਣਾ ਕੇ। ਕਹਿੰਦੇ ਇੱਕ ਮੂਲ ਨਾ ਬੁੱਝਣ ਆਪਣਾ, ਅਣ ਹੁੰਦਾ ਆਪ ਗਣਾਏਂਦੇ। ਕੋਈ ਹੈ ਹੀ ਨਹੀਂ, ਗੁਣ ਹੈ ਨਹੀਂ ਗੇ, ਆਪਣੇ ਆਪ ਨੂੰ ਗੁਣੀ ਬਣਾ ਰਿਹਾ, ਆਪਣੇ ਆਪ ਨੂੰ ਅਖਵਾ ਰਿਹਾ ਹੈ ਭਾਈ, ਗਣਾਉਂਦਾ ਹੈ। ਹਾਂ ਢਾਡੀ ਕਾ ਨੀਚ ਜਾਤ। ਕਹਿੰਦੇ ਮੈਂ ਕੌਣ ਆ? ਮਹਾਰਾਜ ਕਹਿ ਰਹੇ ਪਹਿਲੀ ਪਾਤਸ਼ਾਹੀ ਕਹਿੰਦੇ ਮੈਂ ਤਾਂ ਮਾਲਕਾ ਤੇਰਾ ਢਾਡੀ ਹੈਗਾ ਆ, ਤੇਰੀ ਉਸਤਤ ਕਰ ਰਿਹਾ ਮਾਲਕਾ, ਮੈਂ ਤਾਂ ਨੀਵੀਂ ਜਾਤ ਦਾ ਹੈਗਾ ਆ, ਹੋਰ ਉੱਤਮ ਜਾਤ ਸਦਾਏਂਦੇ। ਬਾਕੀ ਜਿਹੜੇ ਸਦਾਉਂਦੇ ਹੋਣਗੇ ਉੱਚੀ ਜਾਤ, ਮੈਂ ਤਾਂ ਨੀਵੀਂ ਜਾਤ ਦਾ ਹੈਗਾ ਮਾਲਕਾ, ਇਹ ਗਰੰਟੀ ਹੈਗੀ। ਤੇਰੇ ਮੰਗਾ ਜੇ ਤੁਝੇ ਧਿਆਨ ਦੇ ਮਾਲਕਾ, ਮੈਨੂੰ ਉਹਨਾਂ ਦੀ ਸੰਗਤ ਦੇ ਜਿਹੜੇ ਤੇਰੇ ਨਾਲ ਜੁੜੇ ਹੋਏ ਆ, ਜਿਹੜੇ ਤੇਰੇ ਧਿਆਨ ਦੇ ਵਿੱਚ ਆਉਂਦੇ ਆ, ਉਹਨਾਂ ਦੀ ਸੰਗਤ। ਮੇਰੀ ਤਾਂ ਆਹ ਮੰਗ ਹੈਗੀ ਆ, ਮੈਨੂੰ ਉਹਨਾਂ ਦੀ ਸੰਗਤ ਦੇ ਜਿਹੜੇ ਤੇਰੀ ਬੰਦਗੀ ਕਰਦੇ ਆ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਜੀ, ਉਹ ਇਹੀ ਗੱਲ ਚੱਲ ਰਹੀ ਹੈ ਕਿ ਜੀ ਉਹ ਜਿਹੜੇ ਭਗਤੀ ਕਰਨ ਵਾਲੇ, ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਧਿਆਨ ਦੇ ਵਿੱਚ ਉਤਾਰ ਰਹੇ ਨੇ, ਉਹ ਧਿਆਨ ਉਧਰ ਨੂੰ ਲੱਗਿਆ ਪ੍ਰਮਾਤਮਾ ਵੱਲ ਨੂੰ ਜਿਨ੍ਹਾਂ ਦਾ, ਉਹ ਕਹਿੰਦੇ ਉਹ ਫਿਰ ਤੇਰੇ ਦਰ ਤੇ ਸੋਭਦੇ ਆ। ਉਹ ਉੱਥੇ ਸਿਰਸਲਾ ਕਰ ਰਹੇ ਨੇ, ਉਹੀ ਤੇਰੇ ਦਰ ਤੇ ਉਹਨਾਂ ਦੀ ਸੋਭਾ। ਅਦਰਵਾਈਜ਼ ਤਾਂ ਬਾਕੀ ਤਾਂ ਸਾਰੇ ਕਰਮਾਂ ਬਾਹਰੇ ਨੇ।
ਕਿਉਂ? ਉਹਨਾਂ ਨੇ ਜਦ ਕੀਤਾ ਹੀ ਨਹੀਂ, ਕਰਮ ਕਿੱਥੋਂ ਆਣਗੇ? ਜਦ ਕਰਮ ਕੀਤੇ ਹੀ ਨਹੀਂ ਤਾਂ ਬਖਸ਼ਿਸ਼ ਕਿੱਥੋਂ ਆਏਗੀ? ਉਹਨਾਂ ਨੂੰ ਕੋਈ ਤੇ ਢੋ ਨਹੀਂ ਮਿਲਣੀ, ਤੇ ਉਹ ਆਪਣਾ ਜਿਹੜਾ ਮੂਲ ਵੀ ਗਵਾ ਕੇ ਚਲੇ ਗਏ। ਤੇ ਕਿਉਂ? ਕਿਉਂਕਿ ਉਹ ਜਿਹੜੀ ਚੀਜ਼ ਹੈ ਨਹੀਂ, ਜਿਹਦੀ ਅਣਹੋਂਦ ਹੈ, ਉਹ ਮੈਂ ਦੀ ਕੋਈ ਹੋਂਦ ਥੋੜੀ ਹੈ। ਜਿਹਨੂੰ ਮੈਂ ਕਰਦਾ, ਉਹਦੀ ਹੋਂਦ ਹੈ ਹੀ ਨਹੀਂ, ਉਹ ਬਣਾਈ ਬੈਠਾ ਉਹ ਇੱਕ ਖੂਹ ਦੇ ਡੱਡੂ ਵਾਂਗੂ ਵੀ ਮੈਂ ਆ ਜੀ, ਬਸ ਇਹ ਮੇਰਾ ਇੱਥੋਂ ਤੋਂ ਉੱਥੇ ਮੇਰਾ ਰਾਜ ਹੈ। ਤੇ ਉਹ ਜਦੋਂ ਉਹ ਅਣਹੋਂਦਾ, ਫਿਰ ਆਪਣੇ ਆਪ ਨੂੰ ਬਣਾਈ ਜਾਂਦੇ ਨੇ, ਆਪਣੇ ਆਪ ਦਾ ਕਹਿੰਦੇ ਜੀ ਵਡਿਆਈ ਮੇਰੀ ਹੋਈ, ਮੈਂ ਵੱਡਾ। ਤੇ ਪਰ ਕਹਿੰਦੇ ਮੈਂ ਤਾਂ ਮਾਲਕ ਆ। ਜਿਹੜਾ ਭਗਤ ਹੈ ਉਹ ਕੀ ਕਹਿ ਰਿਹਾ ਕਿ ਹਾਂ ਢਾਡੀ ਕਾ, ਉਹ ਬਹੁਤ ਹੀ ਛੋਟਾ ਜਿਹਾ, ਕਹਿੰਦੇ ਮੈਂ ਤਾਂ ਢਾਡੀ ਹਾਂ, ਨੀਚੀ ਆਤ ਵੀ ਮੇਰੀ ਨੀਚੀ ਹੈ। ਤੇ ਉਹ ਕਹਿੰਦੇ ਫਿਰ ਉਹ ਜਿਹੜਾ ਉਹ ਬਾਕੀ ਜਿਹੜੇ ਨੇ ਉਹ ਉੱਤਮ ਜਾਤ ਸਦਾਈ ਜਾਂਦੇ ਨੇ, ਹਨਾ ਜੀ। ਤੇ ਉਹ ਕਹਿੰਦੇ ਵੀ ਤਿੰਨ ਮੰਗਾਂ ਜਿੱਤ ਦੇ ਧਿਆਨ, ਜਿਹੜੇ ਤੇਰਾ ਭਜਨ ਕਰਦੇ ਆ, ਮਾਲਕ ਪ੍ਰਮਾਤਮਾ ਦਾ ਬੰਦਗੀ ਕਰਦੇ ਆ, ਕਹਿੰਦੇ ਮੈਂ ਤਾਂ ਉਹਨਾਂ ਦੀ ਸੰਗਤ ਮੈਨੂੰ ਮਾਲਕਾ ਬਖਸ਼, ਤਾਂ ਕਿ ਮੈਨੂੰ ਵੀ ਥੋੜਾ ਬਹੁਤ ਕੁਝ ਦਿਲ ਫੁੱਲ ਮਿਲ ਜੇ ਉਹਦੇ ਵਿੱਚੋਂ, ਤੇ ਮੈਂ ਵੀ ਆਪਣਾ ਇਸ ਯਾਤਰਾ ਨੂੰ ਕੰਪਲੀਟ ਕਰ ਸਕਾਂ ਜੀ। ਬਿਲਕੁਲ ਠੀਕ ਹੈ ਜੀ। ਅੱਜ ਇੱਥੇ ਹੀ ਸੰਕੋਚਦੇ ਹਾਂ, ਤੇ ਇਹਦੇ ਵਿੱਚ ਦੇਖ ਲਓ ਮਹਾਰਾਜ ਨੇ ਜਿਹੜਾ ਹੈਗਾ, ਆਪਾਂ ਕਾਹਦੇ ਵਾਸਤੇ ਆਏ ਹਾਂ ਦੁਨੀਆ ਦੇ ਵਿੱਚ, ਘੱਟ ਤੋਂ ਘੱਟ ਜਿਹੜਾ ਹੈਗਾ ਆਪਾਂ ਇਸ ਦੇ ਉੱਤੇ ਜ਼ਰੂਰ ਜਿਹੜਾ ਹੈਗਾ ਵਿਚਾਰ ਕਰੀਏ ਬਈ ਜਿਸ ਕੰਮ ਵਾਸਤੇ ਮੈਂ ਆਇਆ ਦੁਨੀਆ ਦੇ ਵਿੱਚ, ਕੀ ਮੈਂ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ? ਨਹੀਂ ਕੀਤਾ ਤੇ ਭਾਈ ਜੋ ਗੁਜ਼ਰ ਗਿਆ ਸੋ ਗੁਜ਼ਰ ਗਿਆ, ਹੁਣ ਜਿਹੜਾ ਹੈਗਾ ਉਹਨੂੰ ਸ਼ੁਰੂ ਕਰ ਦਈਏ, ਔਰ ਆਪਣੇ ਜੀਵਨ ਦੇ ਵਿੱਚ ਜਿਹੜਾ ਹੈਗਾ ਭਗਤੀ ਨੂੰ ਲੈ ਕੇ ਆਈਏ ਭਾਈ, ਆਪਣੇ ਜੀਵਨ ਦੇ ਵਿੱਚ ਬੰਦਗੀ ਨੂੰ ਵੀ ਸਮਾਂ ਦਈਏ। ਇਹ ਇੰਨੀ ਕੀ ਬੇਨਤੀ ਹੈਗੀ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। हे ਵਾਹਿਗੁਰੂ ਜੀ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਆ ਘੜੀਆਂ ਸੁਨਹਿਰੀ ਘੜੀਆਂ ਬਖਸ਼ੀਆਂ ਸਾਡੇ ਜੀਵਨ ਦੇ ਵਿੱਚ, ਸਾਨੂੰ ਗਿਆਨ ਦਿੱਤਾ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ। ਇਹ ਗਿਆਨ ਵੀ ਪੜ੍ਹਦੇ ਸੁਣਦੇ ਵਿਚਾਰਦੇ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਔਰ ਇਹ ਗਿਆਨ ਜਿਹੜਾ ਹੈਗਾ ਸੰਗਤ ਦੇ ਹਿਰਦੇ ਦੇ ਵਿੱਚ ਵਸਾਉਣਾ, ਇਹਦਾ ਭਾਵ ਸਾਡੇ ਹਿਰਦੇ 'ਚ ਵਸਾਉਣਾ, ਔਰ ਅਸੀਂ ਜਿਹੜੇ ਹੈਗੇ ਇਸ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਆਪਣੇ ਇਸ ਜੀਵਨ ਨੂੰ ਜਿਹੜਾ ਹੈਗਾ ਮਨੁੱਖੀ ਜੀਵਨ ਨੂੰ ਜਿਹੜਾ ਹੈਗਾ ਇਹ ਚਲਾ ਸਕੀਏ। ਇਹੀ ਬੇਨਤੀ ਹੈਗੀ ਜੀ, ਇਹੀ ਪ੍ਰਯੋਜਨ ਹੈ। ਬਾਕੀ ਸਾਰੀ ਸੰਗਤ ਜਿਹੜੀ ਹੈਗੀ ਉਹਨਾਂ ਨੂੰ ਜਿਹੜਾ ਹੈਗਾ ਤਨ ਔਰ ਮਨ ਜਿਹੜਾ ਹੈਗਾ ਹਰਾ ਕਰਨਾ, ਮਿਹਰ ਕਰਨੀ, ਆਪਣੀ ਭਗਤੀ ਕਰਵਾਉਣਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ।